जिसके सिर ऊपर तू स्वामी सो दुख जी। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आदि सच जुगादि सच है पी सच नानक होसी पी सच। वाहिगुरु श्लोक डंडौत बंदन अनक बार सर्व कला समरथ ज्ञान ध्यान किस कर्म न जाना सार न जाना तेरी सब ते वड्डा सतगुरु नानक जिन कल राखी मेरी। सतगुरु गरीब नवाज पतत पावन दीन बंधु निरंकार काल पुरख सर्वव्यापी जिन्हों ने निर्गुण तो सरगुण स्वरूप गुरु नानक रूप धारिया। खास करके कल युग के समय अंदर उस काल पुरख ने सरयुग तो लेके बेअंत अवतार पिकंबर देवियां देवते होरनां नूं भी बेअंत शक्तियां दे करके धरती ते भेजिया साडे जीवन की कल्याण करने वास्ते। ते कल युग के समय विच विशेष तौर पर जदों चली पाप की जगत कहानी भाजा धर्म छाड़ राजधानी जदों भयो भार धर पर अदक धर्म धरत नह धीर भाओ भगत नहीं जगत में बिकल पई भै भीर। जदों परम पाप ते फूम डरानी डग मगाद बचीर छदानी ब्रह्मा गयो शीर निध जहाँ अकाल पुरख सहस जहाँ ब्रह्मा विष्णु शिवजी धरती इन्हां दियां पुकारां सुन के बेनतियां सुन के हजूर सच्चे पातशाह जी ने आकाश गूंजिया ते आवाज पैदा हुई क्यों भयो कृपाल महाकाल जी बानी भनी आकाश हों दुख हर हों 10 रूप धार कहूँ विष्णु मम दास विष्णु मम मेरे दास। काल पुरख कहंदा आकाश गूंजिया मैं तुहाडी पुकार सुन लई है अरदास मंजूर हो गई है। अगे तो वक्रे वक्रे अवतार पिकंबर भेजदा रहा ते हुण मैं आप ही आवांगा। ਉਹ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਦੋ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚੜ੍ਹਿਆ। 16 ਕਲਾ ਨਹੀਂ 2 ਕਲਾ ਤੋਂ ਸ਼ਕਤੀਆਂ ਤੇ ਅਵਤਾਰ ਆਰੰਭ ਹੁੰਦੇ ਨੇ। ਅਨੰਤ ਕਲਾ ਜਿਨ੍ਹਾਂ ਕਲਾ ਸ਼ਕਤੀਆਂ ਨੂੰ ਕੋਈ ਗਿਣ ਨਹੀਂ ਸਕਦਾ ਉਹ ਲੈ ਕੇ ਠਾਕੁਰ ਮਾਲਕ ਆਪ ਚੜ੍ਹ ਕੇ ਸ੍ਰਿਸ਼ਟੀ ਤੇ ਧਰਤੀ ਤੇ ਪ੍ਰਗਟ ਹੋਇਆ। ਉਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਕਹੇ ਜਾਂਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੋਂ ਹੀ ਬੜੀ ਸਿੱਖਿਆ ਮਿਲ ਜਾਂਦੀ ਹੈ। ਆਪੋ ਆਪਣੀਆਂ ਮਤਾਂ ਦੇ ਨਾਮ ਆਪੋ ਆਪਣੇ ਖਿਆਲ ਅਨੁਸਾਰ ਜੀਵ ਰੱਖਦੇ ਨੇ ਤੇ ਨਾਨਕ ਸਾਂਝਾ ਨਾਮ ਹੈ ਸਾਰੇ ਸ੍ਰਿਸ਼ਟੀ ਦੇ ਸਮੂਹ ਮਤਾਂ ਵਾਲਿਆਂ ਵੱਲੋਂ ਸਾਂਝਾ ਨਾਮ ਸਰ ਸੱਚੇ ਪਾਤਸ਼ਾਹ ਜੀ ਦਾ। ਉਸ ਕਾਲ ਨਿਰੰਕਾਰ ਦੀ ਜੋਤ ਦੂਸਰੇ ਸਰੂਪ ਗੁਰੂ ਅੰਗਦ ਸਾਹਿਬ ਤੀਸਰੇ ਸਰੂਪ ਗੁਰੂ ਅਮਰਦਾਸ ਜਿਨ੍ਹਾਂ ਦਾ ਕੱਲ੍ਹ ਦਿਹਾੜਾ ਸੰਗਤਾਂ ਨੇ ਮਨਾਇਆ ਹੈ। ਪੁਰਨਿਮਾ ਵਿੱਚ ਜ਼ਿਆਦਾ ਸੀ ਅਤੇ ਸਮਾਂ ਰਹਿ ਗਿਆ ਥੋੜ੍ਹਾ। ਮਨ ਦੀ ਆਸ ਪੂਰੀ ਨਹੀਂ ਸੀ ਹੋ ਸਕੀ। ਕੁਝ ਬੇਨਤੀਆਂ ਕੀਤੀਆਂ ਅਤੇ ਕੁਝ ਵਿੱਚ ਛੱਡਣੀਆਂ ਪਈਆਂ। 3-4 ਦਿਨ ਇਸੇ ਸੰਬੰਧ ਵਿੱਚ ਸੇਵਾ ਮਹਾਰਾਜ ਸਾਹਿਬ ਲੈਂਦੇ ਫਿਰ ਜ਼ਿਆਦਾ ਆਨੰਦ ਆਉਂਦਾ। ਚਲੋ ਰਹੋ ਵਿਚਾਰ। ਸਮਾਂ ਗੁਜ਼ਰਦਾ ਗਿਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਵਿਅਕਤੀ ਗਤ ਸਰੀਰ ਹੱਡ ਚੰਮ ਦੇ ਬਣੇ ਹੋਏ ਨੂੰ ਨਹੀਂ ਸ਼ਬਦ ਅਵਤਾਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਤੇ ਤਾਬਿਆ 5 ਪਿਆਰਿਆਂ ਨੂੰ ਖੜੇ ਕਰਕੇ ਗੁਰਤਾ ਗੱਦੀ ਅਰਪਣ ਕਰ ਦਿੱਤੀ ਹੈ। ਵੱਡੀ ਸ੍ਰੀ ਸਾਹਿਬ ਰੱਖੀ ਹੈ। 5 ਪੈਸੇ ਤੇ ਨਾਰੀਅਲ ਸਾਹਮਣੇ ਰੱਖਿਆ ਹੈ। ਅਰਦਾਸ ਕਰਕੇ ਹੱਥ ਜੋੜ ਕੇ ਬਕਰਮਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਮੇਤ 5 ਪਿਆਰਿਆਂ ਦੀ ਤੇ ਫਿਰ ਪੜ੍ਹਿਆ ਸੀਸ ਨਵਾ ਕੇ ਆਗਿਆ ਭਈ ਅਕਾਲ ਕੀ ਕਵੀ ਚਲਾਇਓ ਪੰਥ सब सिखन का हुक्म है गुरु मान्यो ग्रंथ
ਤੇ ਕਿੰਨੀ ਘਨੇਰੀ ਹੋਰ ਪਖੰਡੀਆਂ ਦੀ ਆਈ ਹੈ ਤੇ ਕਿੰਨਾ ਕੁ ਧੋਖਾ ਦਗਾ ਤੁਹਾਡੇ ਨਾਲ ਹੋ ਰਿਹਾ ਹੈ। ਇਹਨਾਂ ਦਾ ਖੰਡਨ ਮੰਡਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਭਗਤਾਂ ਨੇ ਬਾਣੀ ਵਿੱਚ ਕੀਤਾ ਹੈ। ਨਕਲੀ ਤੇ ਪਖੰਡੀਆਂ ਠੱਗਾਂ ਸੰਤਾਂ ਦਾ ਖਾਣ ਵਾਲਿਆਂ ਦਾ ਅਸਲੀਆਂ ਬਾਰੇ ਵੀ ਦੱਸਿਆ ਹੋਇਆ ਹੈ। ਮਹਾਰਾਜ ਸਾਹਿਬ ਨੂੰ ਭਾਇਆ ਹੈ, ਕਾਟ ਕੀ ਪੁਤਰੀ ਕਹਾ ਕਰੇ ਬੱਕਰੀ ਖਿਲਾਵਣ ਹਾਰੋ ਜਾਣੇ। ਅੱਜ ਆਪਾਂ ਵਿਚਾਰ ਕਰਨੀ ਹੈ ਕਿ ਪਖੰਡ ਵੇਖ ਕੇ ਭੇਖ ਦੇ ਕੇ ਆਪਾਂ ਕਿਵੇਂ ਭੁੱਲ ਜਾਂਦੇ ਹਾਂ। ਕਰੋੜਾਂ ਦੇ ਹਿਸਾਬ ਨਾਲ ਉਹਨਾਂ ਤੋਂ ਨਰਕਾਂ 'ਚ ਜਾਣਾ ਹੀ ਹੈ ਤੇ ਸਾਨੂੰ ਵੀ ਨਾਲ ਹੀ ਲੈ ਕੇ ਜਾਣਗੇ, ਕੀੜੇ ਬਣਨਾ ਪਊ। ਇਸ ਗੱਲ ਨੂੰ ਚਿੱਥਣ ਤੇ ਵਿਚਾਰਨ ਤੇ ਸੋਚਣ ਦੀ ਲੋੜ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਵੀਂ ਪ੍ਰਥਾ ਚਲਾਈ ਕਿਹੋ ਜਿਹੀ, ਜਿਨ੍ਹਾਂ ਨੂੰ ਮਸੰਦ ਕਹਿੰਦੇ ਆ, ਮਨਸੰਦ। ਸੋ 22 ਉਹਨਾਂ ਨੂੰ ਡਿਗਰੀਆਂ ਦਿੱਤੀਆਂ, ਮੰਜੀਆਂ ਦਿੱਤੀਆਂ। 22 ਇਲਾਕਿਆਂ ਦੇ ਵਿੱਚ ਤੁਸਾਂ ਸਿੱਖ ਸੰਗਤਾਂ ਨੂੰ ਸਿੱਖੀ ਦਾ ਪ੍ਰਚਾਰ ਧਰਮ ਨਾਲ ਜੋੜਨਾ ਹੈ। ਜੋ ਤਿਲ ਫੁੱਲ ਭੇਟਾਵਾਂ ਸਰਦਾ ਆਪਣੀ ਨਾਲ ਹਾਜ਼ਰ ਕਰਨ, ਸੰਗਤਾਂ ਸਮੇਤ ਲਿਆ ਕੇ ਤੇ ਗੁਰੂ ਕੇ ਕਾਰਜਾਂ 'ਚ ਲਾਉਣੀਆਂ। ਸੁੰਦਰ ਇਮਾਰਤਾਂ ਬਣਾਉਣੀਆਂ ਸਾਡੇ ਵਾਸਤੇ ਨਹੀਂ, ਆਈਆਂ ਸੰਗਤਾਂ ਵਾਸਤੇ। ਤੇ ਲੰਗਰ ਚਲਾਉਣਾ ਹੈ। ਸੋ ਜੋ ਵੀ ਆਵੇ, ਕਿਸੇ ਤਰ੍ਹਾਂ ਦਾ ਕੋਈ ਆਵੇ, ਉਹ ਛਕ ਲਵੇ। ਤੇ ਮਹਾਰਾਜ ਸਾਹਿਬ ਕੋ ਭੇਟਾਂ ਅੰਗੀਕਾਰ ਨਹੀਂ ਸੀ ਕਰਦੇ ਗੁਰੂ ਅਮਰਦਾਸ। ਜੋ ਵਾਰੀ ਵਾਰੀ ਸੰਗਤਾਂ ਲੈ ਕੇ ਆਉਂਦੀਆਂ, ਚੰਗਾ ਲੈ ਆਉਣ, ਥੋੜ੍ਹਾ ਲੈ ਆਉਣ, ਬਹੁਤਾ ਲੈ ਆਉਣ, ਸਾਦਾ ਲੈ ਆਉਣ। ਇਸ ਪ੍ਰਕਾਰ ਦਾਲ ਫੁਲਕਾ ਚੱਲੇ ਸਿਰ ਮੱਥੇ, ਤੇ ਜਲੇਬੀਆਂ ਤੇ ਮਿੱਠੇ ਹੋਰ ਪ੍ਰਸ਼ਾਦ ਵਧੀਆ ਚੱਲਣ ਸਿਰ ਮੱਥੇ। ਜਿਹੋ ਜਿਹੀ ਕਿਸੇ ਦੀ ਸਮਰੱਥਾ ਹੈ, ਉਸ ਸਿੱਖ ਸੰਗਤਾਂ ਨੂੰ ਸਾਰਾ ਦਿਨ ਛਕਾਈ ਚੱਲੋ। ਕੋਈ ਆ ਜਾਵੇ, ਵੱਧ ਗਿਆ ਤੇ ਪਸ਼ੂਆਂ ਨੂੰ ਪਾ ਦਿਓ, ਹੋਰ ਵੱਧ ਗਿਆ ਜਾਨਵਰਾਂ ਨੂੰ ਪਾ ਦਿਓ, ਬਿਆਸ ਨਦੀ ਵਿੱਚ ਪਾ ਦਿਓ, ਮੱਛੀਆਂ ਜਾਨਵਰ ਖਾ ਲੈਣ। ਸ਼ਾਮ ਨੂੰ ਪਾਣੀ ਵੀ ਜਮਾਂ ਨਹੀਂ ਰੱਖਣਾ, ਭਾਂਡੇ ਮੋਢੇ ਮਾਰ ਦੇਣੇ ਹੈ। ਜਿੱਥੇ ਮਹਾਰਾਜ ਸਾਹਿਬ ਨੇ ਇਹ 22 ਮੰਜੀਆਂ 22 ਇਲਾਕੇ 'ਚ ਸੋ ਇਹ ਕੇਂਦਰ ਸ਼ਾਸਤ ਕਾਇਮ ਕੀਤੇ ਸੀ, ਉੱਥੇ 72 ਪੀੜ੍ਹੇ ਬੀਬੀਆਂ ਨੂੰ ਪਿੱਛੇ ਨਹੀਂ ਰਹਿਣ ਦਿੱਤਾ, ਸਿੱਖਾਂ ਤੋਂ ਅੱਗੇ ਲੰਘਾ ਦਿੱਤਾ ਹੈ। ਜਿਹੜਾ ਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਤਾ ਸੀ, ਅੰਮ੍ਰਿਤਸਰ ਦੀਆਂ ਮਾਈਆਂ ਨੇ ਸਮਰਪਿਆ, ਮਾਈਆਂ ਨੂੰ ਮਾਈਆਂ ਰੱਬ ਰਜਾਈਆਂ। ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, 72 ਪੀੜ੍ਹੇ ਦੇ ਕੇ ਤੁਸੀਂ ਆਪਣੀ ਬਰਾਦਰੀ ਇਕੱਤਰ ਹੋ ਕੇ ਪਰਮੇਸ਼ਰ ਦਾ ਨਾਮ ਜਪੋ। ਹੁਣ ਵੀ ਜਪਦੀਆਂ ਨੇ, ਦੂਜਿਆਂ ਨੂੰ ਜਗਾਉਂਦੀਆਂ। ਬੜੀਆਂ ਬੜੀਆਂ ਬ੍ਰਹਮ ਅਵਸਥਾ ਨੂੰ ਮਾਲਕ ਹੋਈਆਂ ਨੇ, ਤੇ ਹੁਣ ਵੀ ਤੇ ਗਾਂ ਵੀ ਜ਼ਰੂਰ ਹੋਣਗੀਆਂ। ਇਸ ਪੱਖ 'ਚ ਵੀ ਬੋਲਣ ਦੀ ਲੋੜ ਹੈ। ਸ਼ਹੀਦੀਆਂ 'ਚ ਵੀ ਘੱਟ ਨਹੀਂ ਕੀਤੀ, ਕੁਰਬਾਨੀਆਂ 'ਚ ਘੱਟ ਨਹੀਂ ਕੀਤੀ, ਸਿੱਖੀ ਪ੍ਰਚਾਰ 'ਚ ਘੱਟ ਨਹੀਂ ਬੀਬੀਆਂ ਨੇ ਕੀਤੀ। ਇਸ ਪ੍ਰਕਾਰ ਪ੍ਰਥਾ ਚੱਲਦੀ ਆਈ ਹੈ। ਅੱਜ ਮਹਾਰਾਜ ਸਾਹਿਬ ਸੇਵਾ ਲੈ ਲੈਣ। 2 ਸ਼ਬਦ, ਇੱਕ ਭਗਤ ਕਬੀਰ ਜੀ ਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਰਨੇ ਜਿਵੇਂ ਮਹਾਰਾਜ ਸਾਹਿਬ ਨੂੰ ਭਾਇਆ ਤਿਵੇਂ ਆਇਆ। ਨਕਲੀ ਪਖੰਡੀ ਭੇਖੀ ਸੰਤ ਤੇ ਅਸਲੀ ਸੰਤ ਦੋਵਾਂ ਨੂੰ ਰਲਾ ਕੇ ਨਾ ਆਪਾਂ ਬੋਲੀਏ ਅਸਲੀਆਂ ਬਾਰੇ। ਫਿਰ ਸੇਵਾ ਮਹਾਰਾਜ ਸਾਹਿਬ ਲੈ ਲੈਣ। ਭਗਤ ਕਬੀਰ ਜੀ ਦੇ ਪ੍ਰੇਮੀ ਹੈ ਤੇ ਉਹ ਕਿਤੇ ਚੱਲੇ ਨੇ ਵਪਾਰ ਆਦਿ ਕਰਨ। ਹਰ ਇੱਕ ਨੂੰ ਮਾਇਆ ਦੀ ਲੋੜ ਹੈ ਉਪਜੀਵਕਾ ਚਲਾਉਣ ਲਈ, ਧਨ ਇਕੱਠਾ ਕਰਨ ਲਈ, ਪਾਪ ਕਰਨ ਲਈ ਨਹੀਂ। ਕਿਉਂਕਿ ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਟੋਲਾ। ਤੇ ਭਾਗਾਂ ਵਾਲੇ ਤਿੰਨੀ ਵਿੱਚੇ ਮਾਇਆ ਪਾਇਆ। ਗ੍ਰਸਥ ਵਿੱਚ ਰਹਿ ਕੇ, ਮਾਇਆ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਜਨ ਆਪਣੇ ਇਸ ਗ੍ਰਸਥ ਨੂੰ, ਇਸ ਪਰਿਵਾਰ ਤੇ ਮਾਇਆ ਨੂੰ ਇਹਦੇ ਵਿੱਚ ਗਲਤਾਨ ਨਹੀਂ ਹੋਈ। ਕਿਸ ਤਰ੍ਹਾਂ ਜਿਸ ਤਰ੍ਹਾਂ ਜੋ ਮੁਰਗਾਈ ਪੰਖ ਨਾ ਬੀਜੀ, ਵਿੱਚੇ ਗ੍ਰਹਿ ਗੁਰਬਚਨ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੀ। ਬੜੇ ਬੜੇ ਮਹਾਤਮਾ ਸ਼ਾਦੀਆਂ ਕੀਤੀਆਂ ਨੇ, ਬੱਚੇ ਵੀ ਪੈਦਾ ਕੀਤੇ ਨੇ, ਸਾਰੇ ਭਗਤਾਂ ਨੇ, ਗੁਰੂ ਸਾਹਿਬਾਂ ਨੇ, ਕੁਖੰਡ ਨਹੀਂ। ਪਰ ਜੋਗ ਜੋਗ ਪਰਮੇਸ਼ਰ ਦਾ ਅੰਗ ਪੱਖ ਜਿਹੜਾ ਉਹ ਨਹੀਂ ਛੱਡਿਆ, ਨਿਤਨੇਮ ਨਹੀਂ ਛੱਡਿਆ। ਸਮੇਂ ਸਮੇਂ ਅਨੁਸਾਰ ਪ੍ਰੇਮੀ ਭਗਤ ਕਬੀਰ ਜੀ ਦੀਆਂ ਨੇ ਬੇਨਤੀ ਕੀਤੀ, ਅਰਦਾਸ ਬੇਨਤੀ ਕੀਤੀ, ਮਨ ਹੀ ਮਨ ਸੁਖਣਾ ਸੁਖੀ। ਸਰਯੁਗ ਤੋਂ ਲੈ ਕੇ ਚੱਲਦੇ ਆਏ ਹੈ, ਵਪਾਰ ਵਾਸਤੇ ਚੱਲੇ ਹੈ। ਜੇ ਧਨ ਚੰਗਾ ਮਿਲ ਜਾਵੇ ਦਸਵੰਧ ਮਹਾਰਾਜ ਸਾਹਿਬ ਤੁਹਾਡੇ ਵਾਸਤੇ ਅਰਪਣ ਕਰਾਂਗੇ। ਜਿਵੇਂ ਮੱਖਣ ਸ਼ਾਹ ਲਵਾਣੇ ਨੇ ਵੀ ਅਰਦਾਸ ਕੀਤੀ ਸੀ, ਹੋਰ ਕਈ ਕਰਦੇ ਨੇ। ਚਲੇ ਗਏ ਕਿਥੇ ਦਰੇਡੇ, ਗੁਰੂ ਕਿਰਪਾ ਨਾਲ ਇਹਨਾਂ ਦੇ ਸੋਇਨੇ ਨੂੰ ਹੱਥ ਪਾਏ ਤਾਂ ਕਿਹੋ ਪੇਤੀ ਰਲ ਗਿਆ। ਜੇ ਭਾਗ ਨਾ ਚੰਗੇ ਹੋਣ ਤੇ ਜੇ ਚੰਗੇ ਹੋਣ ਫਿਰ ਮਾਸਾ ਪਾ ਮਿੱਟੀ ਵੀ ਸੋਨਾ ਬਣੀ ਜਾਂਦੀ ਹੈ।
ਹਰ ਪੱਖ ਵਿੱਚ ਪਰਮੇਸ਼ਰ ਦੀ ਕਿਰਪਾ ਹੋਈ ਜਾਂਦੀ ਹੈ। ਚੰਗਾ ਧਨ ਖੱਟਿਆ ਤੇ ਮਨ ਵਿੱਚ ਆਇਆ, ਘਰੇ ਚਲ ਗਏ, ਫਿਰ ਵੇਲ ਨਹੀਂ ਮਿਲਣਾ। ਤੇ ਇਹ ਮਾਇਆ ਇਹੋ ਜਿਹੀ ਹੈ, ਇੱਧਰ ਉੱਧਰ ਲੱਗ ਜਾਊ, ਮਨ ਦਾ ਪਤਾ ਨਹੀਂ ਬਦਲ ਜਾਵੇ। ਇਹੋ ਜਿਹਾ ਵੀ ਸੁਭਾਅ, ਮਨ ਚੰਚਲ ਬੜਾ ਹੈ। ਕਹਿੰਦੇ ਕੋਈ ਖਜੂਰ ਤੇ ਚੜ੍ਹਿਆ, ਖਜੂਰਾਂ ਖਾਣ ਲਈ ਉੱਚੀ ਹੁੰਦੀ ਹੈ, ਚੜ੍ਹ ਗਿਆ, ਤਾਂ ਨੂੰ ਧਿਆਨ ਸੀ, ਖਾਧੀਆਂ, ਥੱਲੇ ਨੂੰ ਨਿਗਾਹ ਪਾਈ ਤੇ ਬੜਾ ਡਰ ਆਇਆ, ਮੈਂ ਕਿਵੇਂ ਉਤਰੂੰਗਾ, ਜੇ ਡਿੱਗ ਪਿਆ ਤੇ ਲੱਭਣਾ ਕੁਛ ਨਹੀਂ। ਤੇ ਮਹਾਤਮਾ ਦੇ ਸੰਬੰਧ ਵਿੱਚ ਕਹਿੰਦਾ ਮੈਂ 100 ਚਾਦਰ ਲੈ ਕੇ ਦਾਨ ਕਰੂੰਗਾ, ਸਹੀ ਸਲਾਮਤ ਉਤਰਿਆ ਮੈਂ। ਤੇ ਉਤਰਨਾ ਸ਼ੁਰੂ ਕਰ ਦਿੱਤਾ। ਆਦਿਕ ਵਿੱਚ ਆਇਆ ਕਿਤੇ ਮਨਾ ਕਾਹਲਾ ਪੈ ਗਿਆ ਹੈ, 100 ਚਾਦਰ ਤੇ ਬੜੀ ਮਹਿੰਗੀ ਆਉਣੀ ਹੈ, ਸੋ ਚੱਲ ਮੈਂ ਦਾਸਕ ਦੇ ਦੂੰ, ਫਿਰ ਕੀ ਹੈ, ਮਹਾਤਮਾ ਨੂੰ ਕੀ ਪਤਾ ਹੈ। ਉਤਰਦਾ ਉਤਰਦਾ ਥੱਲੇ ਦੁਕਾਨ 'ਤੇ ਗਿਆ, ਦਾਸ ਜੀ ਕੀ ਕਰਨੀ ਹੈ, ਮਹਾਤਮਾ ਨੂੰ ਕਿਹੜਾ ਘਾਟਾ ਹੈ, ਇੱਕ ਖਰੀਦੀ ਹੈ ਤੇ ਲੈ ਕੇ ਤੇ ਆ ਗਿਆ। ਕਹਿੰਦਾ ਜੀ ਜਲਦੀ ਲੈ ਲਓ, ਕੀ ਕਾਹਲੀ ਪੈ ਗਈ। ਕਹਿੰਦਾ 100 ਤੋਂ ਇੱਕ ਰਹਿ ਗਈ ਹੈ, ਮਨ ਦਾ ਕੀ ਪਤਾ ਇਹ ਵੀ ਮੁੱਕਰ ਜਾਵੇ। ਇਸ ਪ੍ਰਕਾਰ ਉਹਨਾਂ ਭਗਤਾਂ ਸੋਚਿਆ ਕਿ ਘਰਾਂ ਹੀ ਫੇਰ ਜਾਈਏ, ਪਹਿਲਾਂ ਭਗਤ ਜੀ ਨੂੰ ਮੱਥਾ ਟੇਕ ਜਾਈਏ ਤੇ ਭਗਤ ਜੀ ਕੋਲ ਜਾਣ ਤੋਂ ਪਹਿਲਾਂ ਆਪਾਂ ਗੰਗਾ ਮਈਆ ਦਾ ਇਸ਼ਨਾਨ ਨਾ ਕਰ ਲਈਏ, ਜਿਸ ਸੰਬੰਧ ਵਿੱਚ ਕੱਲ੍ਹ ਵੀ ਬੇਨਤੀਆਂ ਕੁਝ ਕੀਤੀਆਂ ਸੀ। ਇਸ ਪ੍ਰਕਾਰ ਉਹ ਇਹ ਸ਼ਬਦ ਵਿੱਚ ਨੇ। ਇਹਦਾ ਸੰਬੰਧ ਇਵੇਂ ਵੀ ਥਾਨਕਾ ਮਹਾਤਮਾ ਲਾਉਂਦੇ ਨੇ ਸਾਨੂੰ ਸਮਝਾਉਣ ਵਾਸਤੇ। ਪਿੱਛੇ ਰਿਵਾਜ ਸੀ, ਕੀ ਕਰਦੇ ਸੀ ਲੋਕ, ਆਮ ਤੌਰ 'ਤੇ ਚਾਂਦੀ ਦੇ ਪੈਸੇ ਰੁਪਈਏ ਹੁੰਦੇ ਸਨ, ਕਿਸੇ ਵਾਰਸਲੀ ਵਿੱਚ ਸੀਤੇ ਹੋਏ ਕੱਪੜੇ ਦੀ ਵਿੱਚ ਪਾ ਕੇ ਤੇ ਲੱਕ ਨੂੰ ਬੰਨ੍ਹ ਲੈਂਦੇ, ਭਾਰ ਜ਼ਿਆਦਾ ਹੁੰਦਾ ਸੀ, ਉੱਪਰ ਦੀ ਬਸਤਰ ਕਰ ਲੈਂਦੇ। ਤੇ 4 ਠੱਗ ਬੈਠੇ ਸੀ, ਸਾਧੂਆਂ ਦਾ ਵੇਸ ਧਾਰ ਕੇ ਸਾਰਾ ਦਿਨ ਬੈਠੇ ਰਹੇ, ਸੋਚਦੇ ਅੱਜ ਕੋਈ ਸ਼ਿਕਾਰ ਨਹੀਂ ਆਇਆ। ਕਹਿੰਦਾ ਆ ਰਿਹਾ ਜੇ ਨਾਰਾਇਣ, ਨੇੜਿਓਂ ਵੇਖ ਲਿਆ, ਨਾਰਾਇਣ ਰੱਬ ਦਾ ਨਾਂ ਹੈ। ਸੁਣਨ ਵਾਲਾ ਸਰੋਤਾ ਬੜਾ ਖੁਸ਼ ਹੋਇਆ। ਭਗਤ ਜੀ ਦਾ ਜਿਹੜਾ ਸੇਵਕ ਸੀ, ਦੂਜਾ ਕਹਿੰਦਾ ਰਾਧੇ ਸ਼ਾਮ, ਤੀਜਾ ਕਹਿੰਦਾ ਬਿਦਰਾ ਬਨ। ਇਸ ਪ੍ਰਕਾਰ ਪਹਿਲਾ ਕਹਿੰਦਾ ਦਾਮੋਦਰ, ਦਾਮੋਦਰ, ਰਾਧੇ ਸ਼ਾਮ, ਬਿਦਰਾ ਬਨ। ਇਹ ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਬੋਲੀਆਂ ਸਨ। ਸੋ ਜਦੋਂ ਨੇੜੇ ਆਇਆ, ਗੱਲੀ ਪਾ ਲਿਆ, ਕਿੱਥੇ ਜਾਣਾ, ਕਾਸ਼ੀ ਜਾਣਾ, ਕਬੀਰ ਜੀ ਨੂੰ ਮਿਲਣਾ, ਅਸੀਂ ਵੀ ਉੱਥੇ ਜਾਣਾ, ਬੜੀ ਚੰਗੀ ਗੱਲ ਹੈ, ਸਾਥੀ ਬਣ ਗਏ ਹੈ, ਲੈ ਇਕੱਠੇ ਚੱਲਦੇ ਹੈ। ਸੋ ਪਹਿਲਾਂ ਕੋਈ ਛਕ ਛਕਾ ਲਈਏ, ਪੌਣੀ ਤੇ ਰਾਤ ਸੀ, ਹਨੇਰਾ ਵੇਖਦੇ ਸੀ। ਇਸ ਪ੍ਰਕਾਰ ਜਦੋਂ ਹਨੇਰਾ ਹੋ ਗਿਆ ਤੇ ਜੰਗਲ 'ਚ ਖੜ ਕੇ ਉਸ ਨੂੰ ਲੁੱਟ ਲਿਆ। ਇਹਨਾਂ ਪੰਗਤੀਆਂ ਦਾ ਭਾਵ ਕੀ ਸੀ? ਸੋ ਨਾਰਾਇਣ ਨਰ ਬੰਦਾ ਆਇਣ ਆ ਰਿਹਾ, ਜੇ ਦੂਜਿਆਂ ਨੂੰ ਦੱਸ ਦਿੱਤਾ ਤੇ ਪ੍ਰੇਮੀ ਨੇ ਸਮਝਿਆ ਕਿ ਰੱਬ ਦਾ ਨਾਂ ਲੈਂਦੇ ਨੇ, ਲਿਬਾਸ ਬੜਾ ਸੋਹਣਾ ਹੈ। ਦੂਜਾ ਕਹਿੰਦਾ ਦਾਮੋਦਰ, ਦਾਮ ਮਾਇਆ, ਉਧਰ ਪੇਟ ਨਾਲ ਇਹਨੇ ਵਾਸਲੀ ਤੇ ਮਾਇਆ ਵੀ ਬੱਧੀ ਹੋਈ, ਜੇ ਲੱਕ ਭਾਰਾ ਹੈ। ਸੋ ਪ੍ਰੇਮੀ ਸਮਝਿਆ ਵੀ ਇਹ ਵੀ ਰੱਬ ਦਾ ਨਾਂ ਹੀ ਲੈਂਦਾ ਹੈ। ਤੇ ਤੀਜਾ ਕਹਿੰਦਾ ਰਾਧੇ ਸ਼ਾਮ, ਸ਼ਾਮ ਪੈ ਲੈਣ ਦਿਓ, ਹਨੇਰਾ ਹੋ ਲੈਣ ਦਿਓ, ਹੁਣੇ ਨਾ ਖੋਹਣੀ ਸ਼ੁਰੂ ਕਰ ਦਿਓ, ਸ਼ਿਕਾਰ ਤਾਂ ਆ ਹੀ ਗਿਆ। ਤੇ ਚੌਥਾ ਕਹਿੰਦਾ ਬਿੰਦਰਾ ਬਨ, ਇੱਥੇ ਤੇ ਚਰਸਤਾ ਵਾ, ਜੰਗਲ ਵਿੱਚ ਵਨ ਵਿੱਚ ਲੈ ਚੱਲਾਂਗੇ, ਉੱਥੇ ਲੁੱਟਾਂਗੇ ਇਸ ਨੂੰ। ਇਸ ਪ੍ਰਕਾਰ ਵਿਚਾਰਾ ਮਾਇਆ ਖੁਆ ਕੇ ਤੇ ਖਾਲੀ ਹੋ ਕੇ ਤੇ ਠੱਗਿਆ ਗਿਆ। ਉਹ ਠੱਗੀਆਂ ਹੁਣ ਵੀ ਤੁਹਾਡੇ ਨਾਲ ਵੱਜ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਵੀ ਵੱਜਣੀਆਂ। ਜਿੱਥੇ ਪਖੰਡ ਦਾ ਖੰਡਨ ਗੁਰਬਾਣੀ ਕਰਦੀ ਹੈ, ਉੱਥੇ ਅਸਲੀਆਂ ਦੇ ਵਿਚਾਰ ਸੰਬੰਧ ਵਿੱਚ ਵੀ ਬਹੁਤ ਕੁਝ ਹਜ਼ੂਰ ਲਿਖ ਕੇ ਦੇ ਗਏ ਹੈ। ਜੇ ਪੜ੍ਹਾਂਗੇ ਨਾ, ਜੇ ਵਿਚਾਰਾਂਗੇ ਨਾ, ਫਿਰ ਸਾਡੇ ਪੱਲੇ ਕੁਛ ਨਹੀਂ ਰਹਿਣਾ। ਤਾਂ ਕਰਕੇ ਗ੍ਰੰਥਾਂ ਦਾ ਆਸਰਾ ਲੈਂਦਾ, ਪੰਗਤੀਆਂ ਦੇ ਅਰਥ ਕਰਨ ਲਈ ਅੱਖਰ ਸਾਹਮਣੇ ਚਾਹੀਦੇ ਨੇ। ਇਸ ਪ੍ਰਕਾਰ ਆਪਣਾ ਆਪ ਖਵਾ ਕੇ ਉਹ ਸੇਵਕ ਜਦੋਂ ਭਗਤ ਜੀ ਕੋਲ ਗਏ ਨੇ, ਉਸ ਮੌਕਾ ਜਿਹੜੀਆਂ ਵਿਚਾਰਾਂ ਹੋਈਆਂ ਸੀ, ਉਹ ਭਗਤ ਜੀ ਇਹਨਾਂ ਪੰਗਤੀਆਂ ਵਿੱਚ ਕਥਨ ਕਰਦੇ ਨੇ। ਪੁੱਛਦੇ ਉਹ ਕਿਸ ਤਰ੍ਹਾਂ ਦੇ, ਕੌਣ ਸੀ? ਕਿਤੇ ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਤੱਗ ਨਾਮ ਜਨੇਊ ਦਾ ਧਾਗਾ ਗਲ ਵਿੱਚ ਪਾਉਣਾ। 3.5 ਗਜਾਂ ਦੀਆਂ ਧੋਤੀਆਂ ਉਹਨਾਂ ਬੱਧੀਆਂ ਹੋਈਆਂ ਸੀ ਤੇ ਤੇਰੇ ਤੇਰੇ ਮਿਲੇ ਹੋਏ ਧਾਗੇ ਜਨੇਊ ਗਲ ਵਿੱਚ ਪਾਏ ਹੋਏ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਨਹੀਂ ਜਨੇਊ ਪਾਇਆ, ਯਤਨ ਕੀਤਾ ਸੀ ਪਿਤਾ ਨੇ ਹੋਰਨਾਂ ਨੇ। ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਵਿਗਾੜੀ। ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ। ਬੇ ਤੱਗਾ ਆਪੇ ਵੱਤੇ, ਵਟਰਾਗੇ ਅਬਰਾ ਕੱਟੇ।
ਇਤ ਆਦਿਕ ਪੰਕਤੀਆਂ ਵਿੱਚ ਖੰਡਨ ਕੀਤਾ। ਗੁਰਬਾਣੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖੌਂਤੀ ਨਹੀਂ ਤੇ ਬਾਹਰੋਂ ਨਹੀਂ। ਸੋ ਇਹ ਜਨੇਊ ਅਸੀਂ ਨਹੀਂ ਪਾਉਣਾ। ਜੇ ਤੱਗਣਾ ਹੈ ਤਾਂ ਸਰੀਰ ਇੰਦਰੀਆਂ ਨੂੰ ਤੱਗ। ਅੱਖਾਂ ਗਲਤ ਵੇਖਣਾ, ਕੰਨ ਗਲਤ ਸੁੱਟਣਾ, ਚਮੜੀ ਗਲਤ ਸਪਰਸ਼ ਨਾ ਕਰੇ, ਪੈਰ ਗਲਤ ਪਾਸੇ ਨਾ ਜਾਣ। ਇਹ ਸਿੱਖਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਸੀ। ਇਹ ਪ੍ਰਤੱਖ ਤੌਰ ਤੇ ਦੁਨਿਆਵੀ ਜਨੇਊ ਨਹੀਂ ਸੀ ਪਾਇਆ। ਤੱਕ ਪਾਹੋਂ ਕਤੀਏ ਬਾਹਮਣ ਵੱਟੇ ਆਏ, ਕੋਹ ਬੱਕਰਾ ਨੇ ਦਿਖਾਇਆ ਸਭ ਕੋ ਆਕੇ ਪਾਏ। ਹੋਏ ਪੁਰਾਣਾ ਛੁੱਟੀਏ ਪੀਫਰ ਪਾਈਏ ਹੋਰ, ਨਾਨਕ ਤਗ ਨ ਟੁੱਟੀ ਜੇ ਤੱਕ ਹੋਵੇ ਜੋਰ। ਇਹਨਾਂ ਪੰਕਤੀਆਂ 'ਚ ਖੰਡਨ ਕੀਤਾ ਹੈ ਮਹਾਰਾਜ ਸਾਹਿਬ ਨੇ ਕਿ ਮੰਨਣ ਕੀਤਾ ਹੈ। ਜਾਣਨਾ ਕਰੋ ਕਿਹੜਾ ਜਨੇਊ ਪਾਉਣਾ ਹੈ। ਇਸ ਪਰ ਗਜ 3.5 ਗਜਾਂ ਦੀਆਂ ਧੋਤੀਆਂ ਉਹਨਾਂ ਨੇ ਪਹਿਨੀਆਂ ਹੋਈਆਂ ਸਨ ਅਤੇ ਤਿਹਰੇ ਤੱਗ ਧਾਗੇ ਗਲਾਂ ਵਿੱਚ ਜਨੇਊ ਪਾਏ ਹੋਏ ਸੀ ਭਗਤ ਜੀ ਨੂੰ। ਸੋ ਉਹਦੇ ਪ੍ਰੇਮੀ ਦੱਸ ਰਹੇ ਨੇ ਹੋਰ ਕਿਹੋ ਜਿਹਾ ਲਿਵਾਜ ਸੀ। ਕਿਤੇ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਵਗ, ਮਾਲਾ ਗਲਾਂ 'ਚ ਪਾਈਆਂ ਸੀ ਜਾਪ ਕਰਨ ਲਈ। ਅਤੇ ਮਾਲਾ ਦਾ ਖੰਡਨ ਨਹੀਂ, ਕਿਉਂਕਿ ਇਹ ਮਾਲਾ ਸੋ ਹਿੰਦੂ ਮੱਤ ਵਾਲਿਆਂ ਕੋਲ ਵੀ ਆ ਅਤੇ ਸਿੱਖੀ ਮੱਤ ਵਾਲਿਆਂ ਕੋਲ ਵੀ ਹੈ। ਗੁਰੂ ਨਾਨਕ ਪਾਤਸ਼ਾਹ ਕੋਲ ਸੀ, ਤੀਜੇ ਪਾਤਸ਼ਾਹ ਕੋਲ ਸੀ, ਪੰਜਵੇਂ ਪਾਤਸ਼ਾਹ ਕੋਲ ਸੀ, ਛੇਵੇਂ ਪਾਤਸ਼ਾਹ ਕੋਲ ਸੀ। ਮਗਲ ਹਵਾਲੇ ਨੇ, ਮਗਲ ਪ੍ਰਮਾਣ ਨੇ ਇਹਦੇ ਦੇਣ ਲਈ। ਹੁਣ ਇੱਥੇ ਨਾ ਬਾਤ ਬਹੁਤ ਆਪਾਂ ਬੋਲੀਏ, ਇਹ ਮਾਲਾ ਮੁਸਲਮਾਨਾਂ ਕੋਲ ਵੀ ਹੈ। ਉਹਨਾਂ ਉਹਦਾ ਨਾਮ ਤਸਬੀਹ ਰੱਖਦੇ ਆ। ਫੇਰੇ ਤਸਬੀਹ ਕਰੇ ਖੁਦਾਏ, ਲੈਕੀ ਵੱਡੀ ਹੱਕ ਗਵਾਏ। ਉਹ ਤਸਬੀਹ ਫੇਰਦੇ ਨੇ ਤਾਂ ਸਭ ਮਾਲਾ ਫੇਰਦੇ ਨੇ। ਇਹ ਮਾਲਾ ਸਾਈ ਮੱਤ ਵਾਲਿਆਂ ਕੋਲ ਵੀ ਹੈ। ਉਸ ਦਾ ਨਾਂ ਉਹ ਰੋਜਰੀ ਰੱਖਦੇ ਨੇ। ਇਸ ਪ੍ਰਕਾਰ ਹੈ ਉਹ ਵੀ ਮਾਲਾ। ਇਸ ਪ੍ਰਕਾਰ ਮਾਲਾ ਦਾ ਖੰਡਨ ਨਹੀਂ। ਅਤੇ ਪਖੰਡੀਆਂ ਨੇ 10-20 ਪਾਈਆਂ ਹੋਣ, ਕੋਈ ਸਿਰ 'ਤੇ ਵਲੇਟੀਆਂ ਹੋਣ, 5-4 ਗਲ 'ਚ ਪਾਈਆਂ ਹੋਣ, ਬਾਹਾਂ ਗੁੱਟਾਂ ਨੂੰ ਪਾਈਆਂ ਹੋਣ, ਪੁੱਛੋ ਪਖੰਡੀਆ। ਮਾਲਾ ਤਾਂ ਇੱਕ ਹੁੰਦੀ ਹੈ ਸਿਮਰਨ ਕਰਨ ਲਈ, ਕੋਈ ਮਾੜੀ ਗੱਲ ਨਹੀਂ। ਸਿਮਰਨ ਮਹਾਤਮਾ ਕਬੀਰ ਮੇਰੀ ਸਿਮਰਨੀ, ਰਸਨਾ ਉੱਪਰ ਰਾਮ। ਇਸ ਪ੍ਰਕਾਰ ਵੀ ਕਰ ਲੈਂਦੇ ਨੇ। ਤੁਰਦਿਆਂ ਕਦਮਾਂ ਨਾਲ ਵੀ ਕਰ ਲੈਂਦੇ ਨੇ। ਹੱਥ ਦੇ ਪੋਟੇ ਘਸਾ ਕੇ ਵੀ ਕਰ ਲੈਂਦੇ ਨੇ। ਗਲੀ ਦੀ ਘੜੀ ਦੀ ਟਿਕ ਨਾਲ ਵੀ ਸਿਮਰਨ ਕਰ ਲੈਂਦੇ ਨੇ। ਮਨ ਨੂੰ ਬੁਝਾਉਣਾ ਹੈ, ਮਨ ਨੂੰ ਇਸ ਪਾਸੇ ਲਾਉਣਾ ਹੈ। ਤੋ ਕਿਹਾ ਹੀ ਨਾ ਭੁੱਖੇ ਭਗਤ ਨ ਕੀਜੈ, ਜਹ ਮਾਲਾ ਆਪਣੀ ਲੀਜੈ। ਇਹ ਕੋਲ ਮਾਲਾ ਹੋਵੇਗੀ ਭਗਤ ਜੀ ਦੇ ਤਾਂ ਹੀ ਕਿਹਾ ਹੈ। ਇੱਕ ਪੱਖੀ ਯਤਨ ਨਹੀਂ ਕਰੀ ਜਾਣਾ ਕਿ ਇਹ ਮਾਲਾ ਕਿਉਂ ਫੜੀ ਹੈ, ਮਾਲਾ ਕਿਉਂ ਫੇਰਦਾ ਹੈ। ਨਿਤਨੇਮ ਕਰਨ ਵਾਸਤੇ ਮੈਂ ਇੰਨੀਆਂ ਰੋਜ਼ ਕਰਨੀਆਂ, ਉਹਨਾਂ 'ਚ ਰਸਾਉਣਾ ਨਹੀਂ ਅਤੇ ਕੋਈ ਛਕਣਾ ਨਹੀਂ। ਇੰਨੀਆਂ ਮੂਲ ਮੰਤਰ ਦੀਆਂ ਕਰਨੀਆਂ, ਇੰਨੀਆਂ ਗੁਰਮੰਤਰ ਦੀਆਂ ਕਰਨੀਆਂ। ਦੋਵੇਂ ਪੱਖ ਹਜ਼ੂਰ ਦੇ ਮਹਾਰਾਜ ਸਾਹਿਬ ਦੇ ਤੁਹਾਡੇ ਸਮੱਖ ਰੱਖ ਦਿੱਤੇ ਨੇ। ਤੋ ਉਦੋਂ ਕਹਿੰਦੇ ਨੇ ਗਲ 3.5 ਧੋਤੀਆਂ ਤੇਰੇ ਪਾਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬਗ ਚਿੱਟੇ ਸਾਫ ਸੁਥਰੇ ਲੋਟੇ, ਗੜਵੇ ਕਹਿ ਲਓ, ਲੋਟੇ ਕਹਿ ਲਓ। ਇਸ ਪ੍ਰਕਾਰ ਉਹਨਾਂ ਦੇ ਕੋਲ ਸਨ। ਸੋ ਲੋਟੇ ਹੱਥ ਨਿਬਗ ਆਪ ਜੀ ਕਹਿੰਦੇ ਹਰ ਕੇ ਸੰਤ ਨਾ ਆਖੀਆ ਹੈ, ਬਾਨਾਰਸ ਕੇ ਠੱਗ। ਉਹ ਹਰੀਰੇ ਸੰਤ ਨਹੀਂ ਆਖੇ ਜਾਂਦੇ। ਭਾਵੇਂ ਧੋਤੀਆਂ ਵੀ ਬੱਧੀਆਂ ਨੇ ਅਤੇ ਮਾਲਾ ਵੀ ਉਹਨਾਂ ਦੇ ਗਲ ਵਿੱਚ ਨੇ ਅਤੇ ਤਿਲਕ ਵੀ ਲਾਏ ਹੋਏ ਨੇ ਅਤੇ ਲੋਟੇ ਵੀ ਪਕੜੇ ਹੋਏ ਨੇ। ਅਤੇ ਭਾਵੇਂ ਉਹ ਨਾਰਾਇਣ, ਦਮੋਦਰ, ਰਾਧੇ ਸ਼ਾਮ ਬਿੰਦਰਾਬਨ ਨਾਮ ਵੀ ਚੰਗੇ ਲੈਂਦੇ ਨੇ। ਇਸ ਪ੍ਰਕਾਰ ਦੱਸਦੇ ਨੇ ਆਪ ਜੀ ਕੀ ਕਹਿੰਦੇ, ਐਸੇ ਸੰਤ ਨਾ ਮੋਹ ਕੋ ਭਾਵ ਹੈ। ਇਹੋ ਜਿਹੇ ਸੰਤ ਨਾ ਸਾਨੂੰ ਚੰਗੇ ਲੱਗਦੇ ਹੈ, ਖੁਦਾ ਨੂੰ, ਭਗਵਾਨ ਨੂੰ, ਕਾਲ ਪੁਰਖ ਨੂੰ ਕਿਵੇਂ ਚੰਗੇ ਲੱਗਣਗੇ। ਇਸ ਪ੍ਰਕਾਰ ਉਹਨਾਂ ਤੋਂ ਜ਼ਰੂਰ ਬਚਣਾ ਚਾਹੀਦਾ। ਆਉਣ ਵਾਲੇ ਸਮੇਂ ਸਾਵਧਾਨ ਰਹੋ। ਢਾਲਾ ਸੋ ਪੇਟਾ ਗੜਕਾਵੈ, ਢਾਲਾ ਡਾੜੀ। ਇੱਕ ਦਾਤਣ ਵੱਢਣੀ ਹੋਵੇ ਤੇ ਮੁੱਢੋਂ ਰੋਖੀ ਵੱਢ ਦੇਣਾ। ਥੋੜ੍ਹੀ ਜਿਹੀ ਮਾਇਆ ਦੀ ਪ੍ਰਾਪਤੀ ਦੀ ਵਾਸਤੇ ਬੰਦਾ ਹੀ ਮਾਰ ਦੇਣਾ। ਇਹੋ ਜਿਹੇ ਹਾਲਾਤ ਹੈ ਇਹਨਾਂ ਲੋਕਾਂ ਦੀ। ਸੋ ਬਾਸਨ ਮਾਨ ਚੜਾਵੇ ਉੱਪਰ, ਕਾਠੀ ਧੋਏ ਜਲਾਵੇ। ਭਗਤ ਜੀ ਕਿਤੇ ਹੋਰ ਕੀ ਕਰਦੇ ਸੀ। ਬਾਸਨ ਬਰਤਨ ਮਾਂਜ ਕੇ ਸੁੱਚੇ ਕਰਕੇ ਉਹਨਾਂ ਰੱਖ ਲਏ। ਅਤੇ ਇਸ ਪ੍ਰਕਾਰ ਬਾਸਨ ਮਾਂਜ ਚੜਾਵੇ ਉੱਪਰ, ਕਿੱਥੇ ਚੁੱਲ੍ਹੇ 'ਤੇ ਚੜਾਉਣ ਲਈ ਕਾਠੀ ਧੋਏ ਜਲਾਵੇ। ਅਤੇ ਕਾਠੀ ਲੱਕੜੀ ਵੀ ਧੋ ਕੇ ਬਾਲਦੇ ਸੀ। ਬਾਹਰ ਵੀ ਨੂੰ ਕਿਤੇ ਜੂਠੇ ਹੱਥ ਲੱਗੇ ਹੋਣਗੇ, ਗਲਤ ਥਾਂ 'ਤੇ ਪਈ ਹੋਵੇਗੀ, ਉਹ ਧੋ ਕੇ ਰੱਖ ਲਈ ਹੈ। ਲੱਕੜੀ ਸੁੱਕ ਲਵੇ ਥੋੜ੍ਹੀ ਜਿਹੀ ਅਤੇ ਮਾਂਜ ਕੇ ਰੱਖ ਲਏ ਨੇ ਬਰਤਨ। ਅਤੇ ਫਿਰ ਭਾਵ ਚੁੱਲ੍ਹਾ ਬਣਾਉਣ ਲਈ
ਬਸਦਾ ਖੋਲ ਕਰੇ ਦੋਏ ਚੂਲੇ, ਸਾਰੇ ਮਾਨ ਸਿਖਾਵੇ ਬਸਦਾ ਨਾਮ ਧਰਤੀ ਦਾ। ਤੇ ਬਾਣੀ 'ਚ ਕਈ ਥਾਈਂ ਇਹ ਭਗਤੀਆਂ ਆਉਣਗੀਆਂ ਬਸਦਾ ਬਾਰੇ, ਤੇ ਜਿਨ੍ਹਾਂ ਕਥਾ ਨਹੀਂ ਕਰੇ ਸੁਣੀ, ਪਾਠ ਨਹੀਂ ਕਰੇ ਸੁਣਿਆ, ਸੰਥਾ ਨਹੀਂ ਕਰਵਾਈ, ਉਹ ਬਸਦਾ ਕਹਿ ਦਿੰਦੀ ਹੈ ਕਿ ਪਾਠ ਗਲਤ ਹੋ ਗਿਆ, ਸੁਧ ਤੋਂ ਬਿਨਾਂ ਰਹਿ। ਨਹੀਂ, ਬਸਦਾ ਕਹਿਣਾ ਤੇ ਪੋਲਾ ਜਿਹਾ ਕਹਿਣਾ। ਬਸਦਾ ਧਰਤੀ ਖੋਦ, ਉੱਪਰਲੀ ਮਿੱਟੀ ਪਲੀਤ ਹੋਣੀ ਹੈ, ਮਾੜੀ ਹੋਣੀ ਹੈ, ਉਹਨੂੰ ਪਾਸੇ ਕਰ ਦਈਏ, ਥੱਲੇ ਬੜੀ ਕੱਢ ਕੇ ਚੁੱਲ੍ਹੇ ਬਣਾਈਏ, ਸੱਚੀ ਮਿੱਟੀ ਕੱਢ ਕੇ। ਬਸਤਾ ਖੁਦ ਕਰੇ ਦੋ ਚੂਲੇ, ਸਾਰੇ ਮਾਨ ਸਿਖਾਵੇ। ਤੇ ਦਾਲ ਲੱਗੇ ਤੇ ਮਾਨਸ ਬੰਦਿਆਂ ਨੂੰ ਖਾ ਜਾਂਦੇ ਨੇ, ਵੱਢ ਦਿੰਦੇ ਨੇ, ਮਾਰ ਦਿੰਦੇ ਨੇ, ਲੁੱਟ ਲੈਂਦੇ ਨੇ, ਲਹੂ ਪੀ ਜਾਂਦੇ ਬੰਦਿਆਂ ਦਾ। ਵੇਖਣ ਨੂੰ ਇਹੋ ਜਿਹੀ ਧੋਤਾ ਮਾਂਜੀ, ਵੇਖਣ ਨੂੰ ਇਹੋ ਜਿਹਾ ਪਖੰਡ। ਇਸ ਪ੍ਰਕਾਰ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹੋ ਜਗ ਭਰਮ ਭਲਾਇਆ, ਵਿਰਲਾ ਬੂਝੇ ਕੋਏ। ਸੋਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ। ਸੋਚੇ ਸਹੀ ਨਾਨਕਾ ਜਨਮਨ ਵਸਿਆ ਸੋਏ। ਜਲ ਕੇ ਮਜਨ ਜੇਗਤ ਹੋਵੇ, ਨਿਤ ਤੂੰ ਮਿਹਨਤ ਕਰਾਵੇ। ਜੈਸੇ ਮਿਹਨਤ ਤੈਸੇ ਉਹ ਨਰ ਫਿਰ ਜੂਨੀ ਆਵੇ। ਇਤ ਆਦਿਕ ਪੰਕਤੀਆਂ ਤੇ ਹੋਰ ਵੀ ਪ੍ਰਮਾਣ ਬਹੁਤ ਨੇ। ਨਹੀਂ ਇਹ ਖੰਡਣ ਇਸ਼ਨਾਨ ਦਾ, ਨਹੀਂ ਕਰ ਇਸ਼ਨਾਨ। ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਰੋਗਾਂ ਤੋਂ ਆ ਰਹਿਤ ਹੋ ਜੂ। ਉਸ ਮੌਕਾ ਭਗਤ ਜੀ ਕਹਿੰਦੇ ਹੋਏ, ਪਾਪੀ ਸਦਾ ਫਿਰੇ ਅਪਰਾਧੀ, ਮੁਖ ਹੋ ਅਪਰਸ ਕਹਾਵੇ। ਕੋਈ ਪਾਪੀ, ਪਾਪ ਕਰਨ ਵਾਲੇ, ਅਪਰਾਧੀ ਲੋਕ, ਅਪਰਾਧ ਕਰਨ ਵਾਲੇ, ਤੇ ਰਸਨਾ ਤੋਂ ਆਪਰਸ, ਅਸੀਂ ਕਿਸੇ ਨਾਲ ਛੋਹਦੇ ਨਹੀਂ। ਆਪਰਸ ਹਾਂ, ਕੋਈ ਸਾਡੇ ਨਾਲ ਸੋ ਜਾਵੇ, ਲੱਗ ਜਾਵੇ, ਫਿਰ ਅਸੀਂ ਕੱਪੜਿਆਂ ਸਮੇਤ ਇਸ਼ਨਾਨ ਕਰਦੇ ਹਾਂ। ਇਹੋ ਜਿਹਾ ਧੋਤਾ ਮਾਂਜੀ, ਇਹੋ ਜਿਹਾ ਵਿਖਾਵਾ। ਤੋ ਸੰਧਿਆ ਪ੍ਰਾਤ ਇਸ਼ਨਾਨ ਕੁਰਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ। ਸੰਧਿਆ ਸ਼ਾਮ ਨੂੰ ਕਹਿੰਦੇ, ਤੇ ਪ੍ਰਾਤ ਅੰਮ੍ਰਿਤ ਵੇਲੇ ਸਵੇਰ ਨੂੰ ਕਹਿੰਦੇ ਆ। ਅਸੀਂ ਜੀ ਸਵੇਰੇ ਵੀ ਕੇਸਾਂ ਸਮੇਤ ਹੀ ਨਹਾਉਂਦੇ ਹਾਂ, ਤੇ ਸ਼ਾਮ ਨੂੰ ਵੀ ਕੇਸਾਂ ਸਮੇਤ ਹੀ ਨਹਾਉਂਦੇ ਹਾਂ। ਸੋ ਨਾਤੇ ਪੂਜਾ ਨਾਇ ਨਿਵਾਜਾ, ਨਾਮ ਸਦਾ ਸੁਜਾਣੀ। ਜੀਵ ਨੂੰ ਮੋਇਆ ਜੀਵਦਿਆਂ ਗਤ ਹੋਵੇ, ਜੇ ਸਿਰ ਪਾਈਏ ਪਾਣੀ। ਇਸ ਪ੍ਰਕਾਰ ਪੰਕਤੀਆਂ ਨੇ ਬਾਣੀ ਵਿੱਚ। ਨਾਇ ਨਿਵਾਜਾ, ਨਿਵਾਜ ਪੜ੍ਹਨ ਵਾਲੇ ਵੀ ਨਹਾ ਲੈਂਦੇ ਨੇ, ਤੇ ਪੂਜਾ ਕਰਨ ਵਾਲੇ ਵੀ ਨਹਾ ਲੈਂਦੇ। ਨਾਤੇ ਪੂਜਾ ਨਾਇ ਨਿਵਾਜਾ, ਨਾਮ ਸਦਾ ਸੁਜਾਣੀ। ਸਿਆਣੇ ਪੁਰਖ ਵੀ ਨਹਾ ਲੈਂਦੇ, ਨਹਾਉਣਾ ਚਾਹੀਦਾ ਹੈ। ਜੀਵਦਿਆਂ ਤੇ ਮੋਇਆਂ ਦੀ ਗਤ ਦਾ ਅਰਥ ਮੁਕਤੀ ਨਹੀਂ। ਕੋਲੋਂ ਕਰ ਲਓ, ਤੁਹਾਡੀ ਮਰਜ਼ੀ ਹੈ। ਗਤ ਮੁਕਤੀ ਦਾ ਅਰਥ ਹੋ ਸਕਦਾ, ਪਰ ਨਹੀਂ। ਦੁਨਿਆਵੀ ਮੁੜਕੇ ਤੋਂ, ਪਸੀਨੇ ਤੋਂ, ਮੈਲ ਤੋਂ, ਅਪਵਿੱਤਰਤਾ ਦੀ ਗਤ ਪ੍ਰਾਪਤੀ, ਸਰੀਰ ਸਾਫ਼ ਕਰਨ ਵਾਸਤੇ, ਸੁਥਰਾ ਕਰਨ ਵਾਸਤੇ। ਇਹ ਨਹੀਂ ਵੀ ਸਿਰ ਵਿੱਚ ਪਾਣੀ ਪਾਉਣ ਨਾਲ ਮੁਕਤੀ ਮਿਲ ਜਾਵੇ। ਸੋ ਇਸ ਪ੍ਰਕਾਰ ਨਾਤੇ ਪੂਜਾ ਨਾਇ ਨਿਵਾਜਾ, ਨਹਾਵਣ ਸਦਾ ਸੁਜਾਣੀ। ਮੋਇਆਂ ਜੀਵਦਿਆਂ ਗਤ ਹੋਵੇ, ਜਾਂ ਸਿਰ ਪਾਈਏ ਪਾਣੀ। ਕਈਆਂ ਦਾ ਇਹ ਖਿਆਲ ਹੈ, ਇਸ ਪੰਕਤੀ ਨੂੰ ਮੁੱਖ ਰੱਖ ਕੇ ਤੇ ਪਾਣੀ ਨੂੰ ਹੀ ਗੁਰੂ ਬਣਾਈ ਬੈਠੇ ਨੇ। ਦਿਨੇ ਰਾਤ ਨਹਾਈ ਚਲੋ, ਤੇ 42 ਲੱਖ ਜੂਨ ਪਾਣੀ 'ਚ ਹੀ ਹੈ, ਉਹ ਫਿਰ ਮੁਕਤ ਹੋ ਜਾਓਗੇ। ਇਹ ਅਰਥ ਹੀ ਨਹੀਂ ਬਣਦਾ, ਇਹ ਗਲਤ ਹੈ। ਸੋ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਕਾਦੀਆਂ ਵਿਖੇ ਕਥਾ ਕਰਦੇ ਸੀ, ਸੰਗਤ ਜੁੜੀ ਹੋਈ ਸੀ। ਇਹ ਪੰਕਤੀਆਂ ਆਈਆਂ, ਜਦੋਂ ਪੜ੍ਹੀਆਂ, ਇੱਕ ਨਾਮਧਾਰੀ ਵੀਰ ਬੈਠਾ ਸੀ ਸੰਗਤ ਵਿੱਚ। ਉਹਨੇ ਸੰਗਤ ਵਿੱਚ ਉੱਠ ਕੇ, ਖਲੋ ਕੇ, ਬਾਂਹ ਖੜੀ ਕਰਕੇ ਜਗਾਰਾ ਛੱਡਿਆ ਕਿ ਮੈਂ ਇਸ ਤਰ੍ਹਾਂ ਕਰਨਾ ਹੈ। ਚੰਗੀ ਤਰ੍ਹਾਂ ਫਿਰ ਮਹਾਂਪੁਰਖਾਂ ਨੇ ਠੋਕਿਆ ਚੰਗੀ ਤਰ੍ਹਾਂ, ਤੂੰ ਕੀ ਸਮਝਣਾ ਹੈ, ਇਹ ਨਹਾਉਣ ਨਾਲ ਮੁਕਤ ਹੋ ਜਾਏਗਾ। ਇਸ ਪ੍ਰਕਾਰ ਪਖੰਡ ਨਹੀਂ ਕਰਨਾ। ਜਿਨ੍ਹਾਂ ਚਿਰ ਪਰਮੇਸ਼ਰ ਦਾ ਨਾਮ ਨਹੀਂ, ਉਹਨਾਂ ਚਿਰ ਪ੍ਰਾਪਤੀ ਵੀ ਨਹੀਂ। ਇਸ ਪ੍ਰਕਾਰ ਖੰਡਮਿੰਦਰਾ ਹਾਰ ਵਰਤੀ, ਆਪਰਸਾ ਇੱਕ ਲੋਕ ਨ ਦੇਵੇ ਦਰਸਾ। ਘਰ ਨ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ, ਨਿਰਾਹਾਰ ਵਰਤੀ। ਸੋ ਵਰਤ ਰੱਖਦੇ ਨੇ, ਨਿਰਾਹਾਰ ਵਰਤੀ ਰਹਿੰਦੇ ਨੇ। ਆਪਰਸਾ ਕਿਸੇ ਨਾਲ ਛੋਹਦੇ ਨੇ, ਲੁਕੇ ਰਹਿੰਦੇ ਨੇ, ਦਰਸ਼ਨ ਨਹੀਂ ਦਿੰਦੇ। ਮਨ ਹੀ ਮਨ ਗਿਆਤਾ, ਮਨ ਦੀ ਇਹ ਖਿਆਲ ਉਹਨਾਂ ਦੇ ਆਪੋ ਆਪਣੇ। ਸੋ ਤਥਾ ਗਿਆਨ ਧਿਆਨ ਤੀਰਥ ਇਸ਼ਨਾਨੀ, ਸੋ ਪਾਕ ਅਪਰਸ ਉਦਿਆਨੀ। ਉਦਿਆਨ ਜੰਗਲਾਂ 'ਚ ਫਿਰਦੇ ਰਹਿੰਦੇ ਨੇ। ਸੋਮ ਪਾਕ, ਸੋਮਾ ਪਾਕਾ। ਸੋਮ ਨਾਮ ਹੈ ਚੰਦਰਮਾ ਦਾ। ਕਈਆਂ ਦਾ ਖਿਆਲ ਹੁੰਦਾ ਕਿ ਚੰਦਰਮਾ ਵੇਖ ਕੇ ਰਸੋਈ ਪਕਾਉਣੀ ਹੈ, ਪ੍ਰਸ਼ਾਦਾ ਛਕਣਾ, ਨਹੀਂ ਤੇ ਨਹੀਂ। ਚੰਦਰਮਾ ਦੇ ਪੱਕੇ ਹੋਏ ਭਾਵ ਤਥਾ ਫਲਾਂ ਆਦਿਕਾਂ ਨੂੰ ਖਾਣਾ। ਚੰਦਰਮਾ ਦੀ ਕਿਰਨਾਂ ਵਿੱਚ ਅੰਮ੍ਰਿਤ ਵਰਸਦਾ ਹੈ, ਮੰਨਿਆ ਹੈ। ਸੋਮਵਾਰ ਸਸ ਅੰਮ੍ਰਿਤ ਝਰੇ, ਚਾਖ ਸਗਲ ਬਿਖਾਰੇ। ਆਰਗ ਪੰਕਤੀਆਂ ਨੇ ਕਿਰਾੜੀਆਂ ਪੜ੍ਹੀਆਂ। ਰਾਮ ਨਾਮ ਸੰਗ
ਮਨ ਨਹੀਂ ਹੇਤਾ, ਹਿਤ ਰਾਮ ਪਰਮੇਸ਼ਰ ਦੇ ਨਾਮ ਨਾਲ ਨਹੀਂ। ਜੋ ਕੁਛ ਕਰੇ ਸੋ ਅਨੇਤਾ, ਅਨੇਤ ਨਹੀਂ ਅਨੇਤਾ ਰਹਿਤ ਹੈ। ਇਸ ਪ੍ਰਕਾਰ ਗੁਰਮੁਖੋ ਜਿਨ੍ਹਾਂ ਦੇ ਮਨ ਨੂੰ ਰਾਮ ਨਾਮ ਮਨ ਲੱਗਾ, ਉਹਨਾਂ ਪਾਸੋਂ ਜਮ ਲਜਾਏ ਕਰ ਭਾਗਾ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਇਹਦਾ ਅਰਥ ਇਹ ਨਹੀਂ ਸਮਝ ਲੈਣਾ ਕਿ ਇਸ਼ਨਾਨ ਨਹੀਂ ਕਰਨਾ, ਤਿਸਰੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰੜਾਏ। ਥੋੜਾ ਖਾਏ ਸੌਵਣਾ, ਥੋੜਾ ਬੋਲਣ ਗੁਰਮਤਿ ਪਾਏ, ਜ਼ਰੂਰੀ ਹੈ। ਇਸ ਪ੍ਰਕਾਰ ਪਖੰਡੀ ਲੋਕ ਅਪਰਸ ਕਹਾਉਂਦੇ ਨੇ। ਸੁਖਮਨੀ ਸਾਹਿਬ ਜੀ ਇਹਨਾਂ ਦੇ ਮੁਤਲਕ ਬਹੁਤ ਕੁਝ ਲਿਖਿਆ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਨੇ ਔਰ ਧਾਰੇ ਜੋ ਅੰਤਰਨਾਮ ਸਰਬ ਮੈਂ ਪੇਖੇ ਭਗਵਾਨ ਔਰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਧਾਰਨ ਕਰਦੇ ਨੇ। ਸਾਰਿਆਂ ਵਿੱਚ ਭਗਵਾਨ ਦੀ ਜੋਤ ਵੇਖਦੇ ਨੇ। ਨਿਮਖ ਨਿਮਕ ਠਾਕਰ ਨਮਸਕਾਰ ਹੈ, ਨਾਨਕੋ ਆਪਰਸ ਸਗਲ ਨਮਸਕਾਰ। ਉਹ ਅਸਲ ਆਪਰਸ ਨੇ, ਆਪਣਾ ਵੀ ਉਧਾਰ ਕਰਦੇ ਤੇ ਹੋਰਨਾਂ ਦਾ ਵੀ ਕਰ ਲੈਂਦੇ ਨੇ। ਪਰਮੇਸ਼ਰ ਦੇ ਪਿਆਰੇ ਭਾਗਾਂ ਵਾਲੇ। ਮਿਥਿਆ ਨਾਹੀ ਰਸਨਾ ਪਰਸ, ਮਿਥਿਆ ਨਾਮ ਹੈ ਝੂਠ ਦਾ, ਰਸਨਾ ਤੇ ਝੂਠ ਨਹੀਂ ਆਉਣ ਦਿੰਦੇ। ਮਿਥਿਆ ਨਾਹੀ ਰਸਨਾ ਪਰਸ, ਰਸਨਾ ਮਿਥਿਆ ਨਾਹੀ ਰਸਨਾ ਪਰਸ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਨਿਰਅੰਜਨ ਕਾਲਖ ਤੋਂ ਰਹਿਤ ਪਰਮੇਸ਼ਰ ਕਾਲ ਪੁਰਖ। ਉਹਦੇ ਦਰਸ਼ਨ ਨੇਤਰਾਂ ਦੇ ਵਸਾਉਂਦੇ ਨੇ। ਪਰ ਤੇਰਾ ਰੂਪ ਨ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੈ। ਪਰ ਤੇਰਾ ਬਗਾਨੀ ਇਸਤਰੀ ਵਿਕਾਰ ਦ੍ਰਿਸ਼ਟੀ ਨਾਲ ਨਹੀਂ ਵੇਖਦੇ, ਪਿਆਰ ਨਾਲ ਤਾਂ ਵੇਖਿਆ ਜਾ ਸਕਦਾ ਹੈ। ਇਸ ਪ੍ਰਕਾਰ ਸੋ ਪਰ ਤੇਰਾ ਰੂਪ ਨ ਪੇਖੇ ਨੇਤਰ, ਸਾਧੂ ਸਾਧੇ ਹੋਏ ਮਨ ਵਾਲਿਆਂ ਦੇ ਤਹਿ ਦਰਸ਼ਨ ਤੇ ਟਹਿਰ ਹਿਤ ਕਰਕੇ ਚਿੱਤ ਕਰਕੇ ਕਰਦੇ ਨੇ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਕਰਨ ਕੰਨਾਂ ਨਾਲ ਨਿੰਦਿਆ ਕਰਦੇ ਵੀ ਨਹੀਂ, ਰਸਨਾ ਨਾਲ ਤੇ ਕੰਨਾਂ ਨਾਲ ਸੁਣਦੇ ਵੀ ਨਹੀਂ। ਜਿਹੜੀ ਗੱਲ ਸੁਣੀ ਜਾਵੇ ਉਹ ਕਹਿਣ ਤੋਂ ਘੱਟ ਨਹੀਂ ਹੁੰਦੀ, ਜ਼ਿਆਦਾ ਫਲ ਹੈ ਉਸਦਾ। ਬਾਣੀ ਸੁਣੋ ਤੇ ਬਹੁਤਾ ਫਲ ਹੈ, ਤੇ ਨਿੰਦਿਆ ਸੁਣੋ ਤੇ ਬਹੁਤਾ ਪਾਪ ਹੈ। ਇਸ ਪ੍ਰਕਾਰ ਇਹ ਰਾਇਤ ਹੈ ਗੁਰੂ ਕੇ ਸਿੱਖਾਂ ਦੀ। ਜਾਣਨਾ ਕਰੋ ਤੇ ਚੇਤਾ ਰੱਖੋ। ਗੁਰ ਪ੍ਰਸਾਦ ਵਿਖਿਆ ਪਰ ਹਰਿ ਵਿਖਿਆ ਜ਼ਹਿਰ, ਵਿਸ਼ੇ ਵਿਕਾਰਾ ਵਾਲੀ। ਤੇ ਪਰਾਇਆ ਤਨ ਪਰ ਤਨ ਪਾਹਨ ਤੋਲ, ਤੇਰਿਆ ਪਰਮਾਤ ਹਮਾਰੀ। ਪਰਾਇਆ ਤਨ ਖੋ ਕੇ ਲੁੱਟ ਕੇ ਠੱਗ ਕੇ ਲਿਆਉਣਾ ਉਹ ਪੱਥਰ ਦੀ ਨਿਆਈ ਹੈ। ਤੇ ਪਰਾਈ ਤੇਰੇ ਐਸਰੀ ਪਹਾੜੀਆਂ ਮਾਤਾ ਨੇ। ਮਨ ਕਾ ਮਨ ਨਹੀਂ, ਮਨ ਕੀ ਬਾਸਨਾ ਮਨ ਤੇ ਤਰੈ। ਮਨ ਦੀਆਂ ਬਾਸਨਾ ਮਨ ਤੋਂ ਪਾਸੇ ਕਰ ਦਿੰਦੇ ਨੇ। ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਦੇ ਐਸਾ ਆਪਰਸ। ਕਰੋੜਾਂ 'ਚ ਇਹੋ ਜਿਹਾ ਆਪਰਸ ਕੋਈ ਹੋਵੇਗਾ ਕਿ ਬਿਆਨ ਤੋਰੇ ਫਿਰਦੇ ਨੇ ਪਖੰਡੀ ਪਰਸ ਕਹਾਉਣ ਵਾਲੇ। ਤੇ ਭਗਤ ਜੀ ਕਹਿੰਦੇ ਪ੍ਰੇਮੀ ਜਨੋ ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੁਬਾਵੇ। ਅਭਿਮਾਨ ਮਾਨ ਹੰਕਾਰ। ਇਸ ਪ੍ਰਕਾਰ ਇੱਕ ਨਿਰਾਹਾਰ ਵਰਤੀ ਅਪਰਸਾ, ਇੱਕ ਲੋਕ ਨਾ ਦੇਵੇ ਦਰਸਾ। ਘਾੜ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਇਸ ਪ੍ਰਕਾਰ ਅਸੀਂ ਹਾਂ ਜਿਨ੍ਹਾਂ ਨੇ ਸਭ ਕੁਛ ਪਾ ਲਿਆ, ਅਸੀਂ ਚੰਗੇ ਹਾਂ। ਇਸ ਪ੍ਰਕਾਰ ਆਪ ਜੀ ਕਹਿੰਦੇ ਨੇ, ਤੋ ਕਿਹਾ ਸੀ ਨਾ ਭੱਟਾਂ ਨੇ, ਆਪ ਜੀ ਸੁਣ ਚੁੱਕੇ ਹੋ ਪਿਛੇ। ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ। ਸੰਨਿਆਸੀ ਤਪੱਸਿਆ ਮੁਖੋ ਪੰਡਤ ਮਿੱਠੇ। ਬਰਸ ਏਕ ਹਉ ਫਿਰਿਓ ਕਿੰਨਨ ਹੋ ਪਰਚੋ ਲਾਇਓ। कहते है कहती सुनी रात को खुशी ना आयो। हर नाम छोड़ दूजे लगे, तिनके गुण हो कहो क्या कहो। गुरदइये मिलायो टिखिया, जिब तू रखे तिब रहो। टिखा नाम है ब्रह्मे का, ਜਿਹੜਾ ਸਰੀਰ ਧਾਰ ਕੇ ਆਇਆ ਸੀ ਤੇ ਚਾਰੇ ਵੇਦ ਨਾਲ ਸਰੀਰ ਧਾਰ ਕੇ ਆਏ ਸੀ। 17 ਇਹਨਾਂ ਦੀ ਗਿਣਤੀ ਪਿੱਛੇ ਸੁਣ ਚੁੱਕੇ ਹੋ। ਉਹਨਾਂ ਕਿਹਾ ਸੀ ਗੁਰੂ ਅਰਜਨ ਸਾਹਿਬ 1 ਸਾਲ ਹੋ ਗਿਆ ਸੀ। ਸੋ ਪੰਡਤਾਂ ਨੂੰ ਵੇਖਿਆ, ਸੰਨਿਆਸੀਆਂ ਨੂੰ ਵੇਖਿਆ। ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ। ਬੜੇ ਸਾਧ ਵੇਖੇ, ਬੜੇ ਡੇਰੇ ਵੇਖੇ। ਸਾਧ ਬਹੁ ਤੇਰੇ ਸੰਨਿਆਸੀ ਤਪੱਸਿਆ ਮੁਖੋ ਪੰਡਤ ਮਿੱਠੇ। ਸੰਨਿਆਸੀ ਵੇਖੇ ਨੇ, ਤਪੱਸਿਆ ਕਰਨ ਵਾਲੇ ਪੁੱਠੇ ਲੜਕੇ ਵੇਖੇ ਨੇ। ਪੱਗ ਉੱਪੇ ਤਾਣਾ, ਆਪਣਾ ਕੀਆ ਕਮਾਣਾ। ਆਲਮ ਲਖਾਈ ਸਿਰਸ਼ਾਹੀ ਪਾਈ, ਮੂਰਖ ਅੰਧੇ ਪਤ ਗਵਾਈ। ਦੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਇਹ ਕਰਮਾਂ ਕੀ ਮਾਰ। ਪੱਗ ਪੈਰਾਂ ਨੂੰ ਕਹਿੰਦੇ ਤਾਂ ਨੂੰ ਟੰਗੇ ਹੋਏ ਨੇ ਪੁੱਠੇ, ਤੇ ਆਪ ਮੂਧਾ ਲਟਕਿਆ ਹੋਇਆ ਤਪ ਕਰਦਾ ਹੈ। ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਕੀਤਾ ਪਾ ਰਿਹਾ ਹੈ। ਇਹਨੇ ਪਿਛਲੇ ਜਨਮ ਕਿਸੇ ਨੂੰ ਪੁੱਠਾ ਟੰਗਿਆ ਹੋਣਾ ਤੇ ਕੁਦਰਤੇ ਹੁਣ ਇਹਨੂੰ ਟੰਗਿਆ ਹੋਇਆ ਹੈ। ਤੇ ਕਈ ਕੀ ਕਰਦੇ, ਛੋਡੇ ਅੰਨ ਕਰੇ ਪਖੰਡ। ਨਾ ਹੋਏ ਸੁਹਾਗਣ ਨਾ ਹੋਏ ਰੰਡ, ਜਗ ਮੈਂ ਬਖਤੇ ਦੂਧਾ ਧਾਰੀ। ਗੁਪਤੀ ਖਾਵੇ ਵਟਕਾ ਸਾਰੀ।
ਅੰਨੇ ਬਿਨਾ ਨਾ ਹੋਏ ਸੋ ਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਹੋ ਜਾਓ, ਨਹੀਂ ਛੱਡਣ ਦੀ ਲੋੜ। ਤੇ ਇਵੇਂ ਵੀ ਨਹੀਂ ਕਿ ਪੇਟ ਭਰਿਓ, ਪਸਵਾ ਜੋ ਸੋਇਓ, ਮਾਨੁਖ ਜਨਮ ਤੇ ਹਾਰਿਓ। ਸੋ ਇਸ ਪ੍ਰਕਾਰ ਇਹੋ ਜਿਹਾ ਪਰਸੀ ਬਣਨਾ, ਇਹੋ ਜਿਹੇ ਭਾਵ ਇਸ ਰਹਿਤ ਵਿੱਚ ਰਹਿਣਾ ਹੈ। ਇਸ ਪ੍ਰਕਾਰ ਖੰਡਨ ਕੀਤਾ ਹੈ ਭੱਟਾਂ ਨੇ, ਪਰਮ ਬ੍ਰਹਮਾ ਜੀ ਨੇ। ਸੋ ਸਾਰਿਆਂ ਵੇਦਾਂ ਨੇ ਖੰਡਨ ਕੀਤਾ ਹੈ ਤੁਹਾਨੂੰ ਦੱਸਣ ਵਾਸਤੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਮੱਖਣ ਸ਼ਾਹ ਲਵਾਣਾ ਕਿਤੇ ਗਿਆ ਸੀ ਵਪਾਰ ਲਈ, ਅਤੇ ਜਹਾਜ਼ ਅੜ ਗਿਆ ਬਰੇਤੇ ਵਿੱਚ। ਫਿਰ ਗੁਰੂ ਨਾਨਕ ਦੇ ਘਰ ਦੀ ਸੁੱਖਣਾ ਸੁੱਖੀ, ਦਸਵੰਧ ਦੀ ਮਾਇਆ ਦੇਣੀ ਕੀਤੀ, ਮੰਨੀ। ਚੰਗਾ ਕਾਰੋਬਾਰ ਚੱਲਿਆ। ਜਹਾਜ਼ ਹਜ਼ੂਰ ਨੇ 3 ਸਰੀਰ ਨੇ, ਸਥੂਲ ਸੂਖਮ ਅਤੇ ਕਾਰਨ। ਵਿਸਤਾਰ ਕਰਦਿਆਂ ਸਮਾਂ ਲੱਗੂ। ਆਤਮਿਕ ਸ਼ਕਤੀ ਨਾਲ ਉਹਦਾ ਜਹਾਜ਼ ਬੰਨੇ ਲਾ ਦਿੱਤਾ। ਮਾਇਆ ਲੈ ਕੇ ਆਇਆ ਵੀ ਘਰ ਫੇਰ ਜਾਵਾਂਗੇ, ਪਹਿਲਾਂ ਗੁਰੂ ਕਾ ਦਸਵੰਧ ਦੇ ਚਲੀਏ। ਦਸਵੰਧ ਗੁਰੂ ਨਾ ਦੇਵਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੂ ਨਾ ਵਿਖਾਏ। 10 ਨਖ ਕਰ ਜੋ ਕਾਰ ਕਮਾਵੇ, ਤਾਂ ਕੋ ਤਨ ਜੋ ਘਰ ਮੈਂ ਆਵੇ। ਤਿਸੇ ਦਸਵੰਧ ਗੁਰੂ ਜੋ ਦੇ, ਸਿੱਖ ਸਜਸਬੋ ਜਗ ਮੈਂ ਲਈ। ਕਿ ਤੁਸੀਂ ਟਾਈਮ 'ਚੋਂ ਵੀ ਦਸਵੰਧ ਕੱਢ ਸਕਦੇ ਹੋ। 20 ਘੰਟਿਆਂ ਬਾਅਦ ਤੇ 2 ਘੰਟੇ ਦਸਵੰਧ ਬਣ ਜਾਂਦਾ, 10 ਬਾਅਦ 1, ਅਤੇ ਜਿਹੜਾ ਭਾਵ 4 ਘੰਟੇ ਉੱਤੇ ਹੋਰ ਵੱਜਦੇ। 24 ਘੰਟੇ ਦਿਨ ਰਾਤ ਹੈ, ਉਹ 24 ਮਿੰਟ ਹੋਰ ਬਣ ਜਾਣੇ ਹੈ। ਇੰਨਾ ਸਮਾਂ ਦਸਵੰਧ ਡੈਮ ਦਾ ਕੱਢ ਲਓ, ਮਾਇਆ ਦਾ ਕੱਢ ਲਓ। ਅਤੇ ਕੌਣ ਜੰਮਿਆ ਤੁਹਾਨੂੰ ਰੋਕਣ ਵਾਲਾ? ਸੱਚਖੰਡ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਮਹਾਰਾਜ ਸਾਹਿਬ ਸੇਵਾ ਲਈ ਜਾਂਦੇ ਹੈ ਇਤਿਹਾਰਕ। ਇਹਦੇ ਮੁਤਲਕ ਹੋਰ ਵੀ ਪੰਕਤੀਆਂ ਨੇ। ਭਲਾ 2 ਘੰਟੇ ਸਵੇਰੇ ਕਿਹੜਾ ਆਨੰਦ ਲੈਣ ਵਾਲਾ ਭਾਗਾਂ ਵਾਲਾ ਕੋਈ ਹੋਵੇਗਾ? ਅਤੇ ਉਸ ਤੋਂ ਵੱਧ ਵੀ ਇਹ ਅਸਲੀ ਸੰਤਾਂ ਮਹਾਤਮਾ ਦੇ ਸੰਬੰਧ ਵਿੱਚ ਵੀ ਬੇਨਤੀਆਂ ਕੁਝ ਕਰਨ ਨੂੰ ਜੀ ਕਰਦਾ। ਮਹਾਰਾਜ ਸਾਹਿਬ ਕਰਵਾ ਲੈਣ। ਸਦਾ ਸਦਾ ਫਿਰ ਅਭਿਮਾਨੀ, ਸਗਲ ਕੁਟੰਬ ਡੁਬਾਵ ਹੈ। ਇਹੋ ਜਿਹੇ ਪਖੰਡ ਕਰਨ ਵਾਲੇ, ਧੋਤੀਆਂ ਬੰਨ੍ਹਣ ਵਾਲੇ, ਮਾਲਾ ਗਲ 'ਚ ਪਾਉਣ ਵਾਲੇ, ਤਿਲਕ ਲਾਉਣ ਵਾਲੇ, ਇਸ ਪ੍ਰਕਾਰ ਡੰਡ ਕਮੰਡਲ ਮੋਢੇ ਭਾਰ ਚੁੱਕਣ ਵਾਲੇ ਬੜੇ ਦੁਨੀਆ 'ਤੇ। ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਖਿਲਾਉਣਾ ਤਾਂ ਬੱਚੇ ਨੂੰ ਵਿਖਾਈਏ ਉਹ ਖੁਸ਼ ਹੋ ਜਾਂਦਾ ਹੈ, ਅਤੇ ਰੱਬ ਕੋਈ ਬੱਚਾ ਥੋੜ੍ਹਾ ਹੈ। ਤੁਹਾਡਾ ਪਖੰਡ ਵੇਖ ਕੇ ਰੀਝ ਜਾਊ। ਜਾਣਨਾ ਕਰੋ ਸਾਰੇ ਵੀਰ ਮਾਈ ਪਾਈ। ਮੱਖਣ ਸ਼ਾਹ ਲਬਾਣਾ ਦਸਵੰਧ ਦੀ ਮਾਇਆ 'ਤੇ ਹੋਰ ਲੈ ਕੇ ਪਤਾ ਕਰਦਾ ਕਰਦਾ ਸਾਖੀ ਲੰਬੀ ਹੈ, ਬਾਬੇ ਬਕਾਲੇ ਪਹੁੰਚਾ ਹੈ। ਅਤੇ ਪਖੰਡੀ ਬਾਈ ਬੈਠੇ, ਬੜਾ ਹੈਰਾਨ ਹੋਇਆ। ਗੁਰੂ ਨਾਨਕ ਦੀ ਗੱਦੀ ਦਾ ਵਾਰਸ ਇੱਕ ਹੁੰਦਾ ਹੈ, ਬਾਈ ਨੇ ਮੈਂ ਪਰਖ ਹੀ ਕਰ ਲਵਾਂ। ਜਿਹੜਾ ਅਸਲੀ ਹੋਵੇ, ਜਿਹਨੇ ਮੇਰਾ ਜਹਾਜ਼ ਬੰਨੇ ਲਾਇਆ, ਉਹ ਸੁੱਖਣਾ ਦੀ ਮਾਇਆ ਮੈਥੋਂ ਮੰਗ ਲਵੇ। 2 ਮੋਹਰਾਂ ਰੱਖ ਕੇ ਮੱਥਾ ਟੇਕਦਾ, ਅਤੇ ਬੜੀਆਂ ਸੀਸਾਂ ਮਿਲਦੀਆਂ ਲੰਮੀਆਂ ਲੰਮੀਆਂ। ਸੋ ਉਸ ਮੌਕਾ ਮੱਖਣ ਸ਼ਾਹ ਸੋਚ ਲੈਂਦਾ, ਤੂੰ ਤਾਂ ਪਖੰਡੀ ਹੈ, ਤੂੰ ਅਸਲੀ ਨਹੀਂ। ਲੱਭਦਿਆਂ ਜਦੋਂ ਅਸਲੀ ਕੋਲ ਗਿਆ, ਉਹ ਭੋਰੇ 'ਚ ਬੈਠਾ ਸੀ। ਲੋਕਾਂ ਦੱਸਿਆ ਵੀ ਸਾਦਾ ਜਿਹਾ ਸੋਹਣਾ ਲਿਬਾਸ ਹੈ, ਅਤੇ ਸਰੀਰਕ ਕਿਰਿਆ ਕਰਨ ਤੋਂ ਬਿਨਾਂ, ਸ਼ਗਨ ਛਕਾਉਣ ਤੋਂ ਬਿਨਾਂ ਉਹ ਬਾਹਰ ਨਿਕਲਦਾ ਹੀ ਨਹੀਂ, ਕਿਸੇ ਨਾਲ ਸਾਂਝ ਹੀ ਨਹੀਂ ਰੱਖਦਾ। ਇਸ ਪ੍ਰਕਾਰ ਇੱਕ ਉਹਦੀ ਮਾਤਾ ਹੈ, ਇੱਕ ਉਹਦੀ ਪਤਨੀ ਹੈ, ਇੰਨਾ ਕੀ ਪਰਿਵਾਰ ਹੈ। ਸ਼ਾਂਤੀ ਮਿਲ ਗਈ। ਅਤੇ ਪਰਖ ਫਿਰ ਵੀ ਜਾਰੀ, ਪਰਖ ਫਿਰ ਵੀ ਇਸ ਤਰ੍ਹਾਂ ਹੀ ਰੱਖੀ, ਜਾਰੀ ਰੱਖੀ। ਗੁਰੂ ਚਰਨਾਂ 'ਚ 5 ਮੋਹਰਾਂ ਰੱਖ ਦਿੱਤੀਆਂ। ਹਜ਼ੂਰ ਸੱਚੇ ਪਾਤਸ਼ਾਹ ਸੋਚਿਆ ਵੀ ਜੇ ਇਹਨੂੰ ਦੱਸ ਦਿੱਤਾ, ਇਹਨੇ ਰੌਲਾ ਪਾ ਦੇਣਾ ਹੈ। ਪਰਮੇਸ਼ਰ ਦੇ ਨਾਮ ਨਾਲ ਜੁੜੇ ਜਾ ਹੋਏ ਹੈ, ਨਹੀਂ ਮੱਥੇ ਟਿਕਾਉਣ ਦੀ ਲੋੜ, ਅਤੇ ਨਹੀਂ ਧਨ ਇਕੱਠਾ ਕਰਨ ਦੀ ਲੋੜ। ਰੱਬ ਦੀ ਬੰਦਗੀ ਦੀ ਲੋੜ ਹੈ, ਸਿਮਰਨ ਦੀ ਲੋੜ ਹੈ, ਜੁੜੇ ਹੋਏ ਹੈ। ਸਾਲੋਂ ਅੱਗੇ ਵੱਧ ਸਮਾਂ ਹੋ ਗਿਆ ਹੈ ਗੁੱਪ ਬੈਠਿਆਂ ਨੂੰ, ਅਤੇ ਨਾਂ ਦੱਸਿਆ ਸਾਨੂੰ ਪਖੰਡੀ ਕਹੋ ਜਿੱਦਾਂ ਦੂਜਿਆਂ ਨੂੰ ਕਹਿ ਆਇਆ ਹੈ। ਫਿਰ ਇਹ ਨਰਕਾਂ ਨੂੰ ਜਾਊ, ਨਿੰਦਿਆ ਕਰੋ, ਇਹ ਵੀ ਠੀਕ ਨਹੀਂ। ਕਹਿੰਦੇ 10 ਦਿਨ ਨਹੀਂ ਹੈ, ਅਤੇ ਨਾਲ ਤਾੜਨਾ ਵੀ ਕਰ ਦਿੰਦੇ ਆ। ਕਹਿੰਦੇ ਵੇਖ ਸਾਡਾ ਮੋਢਾ ਜਹਾਜ਼ ਜਦੋਂ ਡੁੱਬਦਾ ਸੀ, ਉਦੋਂ ਤਰਲੇ ਕਰਦਾ, ਅਰਦਾਸਾਂ ਕਰਦਾ ਸੀ। 500 ਮੋਹਰ ਦਸਵੰਧ ਦੀ ਆਦਤ ਚੁੱਕੀ ਸੀ, ਅਤੇ ਹੁਣ 5 ਦੇ ਕੇ ਖਹਿੜਾ ਛਡਾਉਣਾ, ਇਹ ਵੀ ਲੈ ਜਾਓ ਉੱਥੇ ਰੱਖ, ਜਿਹੜੀ ਦੁਨੀਆਂ ਪਈਆਂ। ਹੈਰਾਨ ਹੋ ਗਿਆ ਗੁਰੂ ਕਾ ਸਿੱਖ। ਅਸਲੀ ਪਖੰਡੀ, ਅਸਲੀ ਲੁਕਿਆ ਬੈਠਾ ਹੈ। ਪਖੰਡੀਆਂ ਦਾ ਬਾਹਰ ਪੰਗਤਾਂ ਲੱਗੀਆਂ ਹੋਈਆਂ, ਡੇਰੇ ਖੁੱਲ੍ਹੇ ਹੋਏ ਨੇ, ਜ਼ੋਰ ਲੱਗੀ ਜਾਂਦਾ। ਅਤੇ ਹੁਣ ਵੀ ਵੇਖ ਲਓ ਇਹੋ ਜਿਹੀ ਹਾਲਾਤ ਹੀ ਬਣੀ ਹੋਈ ਹੈ। ਕਹਿੰਦਾ ਜੀ ਮੈਂ ਦੱਸੀ ਨਾ, ਮੈਂ ਤਾਂ ਨਹੀਂ ਰਹਿ ਸਕਦਾ। ਕਹਿੰਦੇ ਫਿਰ ਤੇਰਾ ਮੂੰਹ ਕਾਲਾ ਕਰਾਂਗੇ। ਕਹਿੰਦੇ ਜੇ ਤੁਹਾਨੂੰ ਖਿੱਚ ਨਹੀਂ ਦਿੰਦਾ, ਤੁਹਾਡੇ ਘਰੋਂ ਮੈਂ ਆਪੇ ਕਾਲਾ ਕਰ ਲੈਣਾ ਹੈ। ਕਰ ਲਿਆ। ਕੋਠੇ ਚੜ੍ਹ ਕੇ ਪੱਲਾ ਫੇਰਦਾ, ਲਾਧੋ ਰੇ ਗੁਰੂ ਲਾਧੋ ਰੇ। ਪਖੰਡੀਆਂ ਦੇ ਡੇੜਿਆਂ 'ਤੇ ਸੁੰਨ ਪੈ ਗਈ।
ਤੇ ਤੁਸੀਂ ਬ੍ਰਹਮਾ ਜੀ ਦੀ ਵੀ ਨਹੀਂ ਮੰਨਣੀ, ਗੁਰੂ ਤੇਗ ਬਹਾਦਰ ਪਾਤਸ਼ਾਹ ਮੱਖਣ ਸ਼ਾਹ ਦੀ ਵੀ ਨਹੀਂ ਮੰਨਣੀ, ਤੇ ਭਗਤ ਕਬੀਰ ਜੀ ਦੀ ਵੀ ਨਹੀਂ ਮੰਨਣੀ, ਫਿਰ ਤੁਹਾਡੀ ਮਰਜ਼ੀ। ਮੇਰੇ ਮਗਰ ਇੰਨੇ ਕਰੋੜ ਨੇ, ਮੇਰੇ ਮਗਰ ਇੰਨੇ ਲੱਖ ਨੇ, ਮੈਂ ਇੰਨੀਆਂ ਵੋਟਾਂ ਪਵਾ ਦੂੰ। ਤੇ ਮੰਗਤਿਆਂ ਦੇ ਮੰਗਤੇ ਜਿਹੜੇ ਨੇ ਚੌਧਰ ਦੇ ਭੁੱਖੇ, ਇਹ ਮੱਥੇ ਟੇਕੀ ਜਾਂਦੇ ਆ ਉਹਨਾਂ ਨੂੰ, ਤੇ ਮਾਇਆ ਚੜਾਈ ਜਾਂਦੇ ਆ। ਆਹ ਹਾਲਾਤ ਇਹਨਾਂ ਦੀ ਬਣੀ ਹੋਈ ਹੈ। ਇਹਦੇ ਮਗਰ ਹੋਰ ਵੀ ਸਾਖੀਆਂ ਪ੍ਰਮਾਣ ਨੇ, ਮੈਂ ਨਾ ਦੇਵਾਂ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੁਬਾਵੇ ਅਭਿਮਾਨੀ। ਮਾਣ ਹੰਕਾਰ ਕਰਦੇ ਹੋਏ ਜਾਇਦਾਦਾਂ ਬਣਾਉਣ ਦੇ, ਡੇਰੇ ਬਹੁਤੇ ਬਹੁਤੇ ਬਣਾਉਣ ਦੇ ਅਭਿਮਾਨੀ। ਸਾਰੇ ਆਪਣੇ ਕੁਟੰਬੀਆਂ ਨੂੰ, ਸੰਬੰਧੀਆਂ ਨੂੰ, ਕੋਲਾਂ ਨੂੰ ਤਾਰਨਗੇ ਨਹੀਂ, ਡੋਬ ਲੈਣਗੇ। ਮਹਾਤਮਾ ਦੇ ਕੋਲਾਂ ਤਾਰ ਲੈਂਦੇ ਨਾ, ਵੀ ਇਹ ਤਾਰਨਗੇ ਨਹੀਂ, ਡੋਬ ਲੈਣਗੇ। ਭਗਤ ਜੀ ਕਹਿੰਦੇ ਨੇ, ਹਜ਼ੂਰ ਨੇ ਪ੍ਰਵਾਨ ਕੀਤਾ ਤੇ ਬਾਣੀ 'ਚ ਲਿਖੀ ਹੈ, ਜਿਤ ਕੋ ਲਾਇਆ ਤਿਤਿ ਹੀ ਲਾਗਾ, ਤੈਸੇ ਕਰਮ ਕਮਾਵੇ। ਇਹਨਾਂ ਦੇ ਭਾਗ ਹੀ ਮਾੜੇ ਸੀ, ਪਰਮੇਸ਼ਰ ਨੇ ਇਸ ਪਾਸੇ ਲਾਇਆ ਇਹਨਾਂ ਨੂੰ। ਕਿਉਂਕਿ ਸਿਆਣਿਆਂ ਦਾ ਕਥਨ ਹੈ, ਰੱਬ ਨਾ ਡਾਂਗੀ ਮਾਰਦਾ ਮੱਤ ਅਵੱਲੀ ਦੇ। ਮਾਤੀ ਪੁੱਠੀ ਮਿਲ ਜਾਂਦੀ ਹੈ, ਅਵੱਲੀ ਭਾਗਾਂ ਤੋਂ ਹੀਣਿਆਂ ਦੀ। ਗਲਤੀ ਸੋਚਦੇ ਨੇ, ਗਲਤੀ ਖਾਂਦੇ ਨੇ, ਗਲਤੀ ਬੋਲਦੇ ਨੇ। ਜਿਤ ਕੋ ਲਾਇਆ ਤਿਤਿ ਹੀ ਲਾਗਾ, ਤੈਸੇ ਕਰਮ ਕਮਾਵੇ। ਕਹੋ ਕਬੀਰ ਜੇ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੇ। ਪੁਨਰਪ ਦੂਜਾ ਜਨਮ, ਸਤਿਗੁਰੂ ਭੇਟੇ ਛੋਹ ਪੂਰਿਆਂ ਦੀ ਮਿਲ ਜਾਵੇ, ਫਿਰ ਉਹਨੂੰ ਦੁਬਾਰਾ ਜਨਮ 'ਚ ਆਉਣ ਦੀ ਲੋੜ ਨਹੀਂ ਪੈਂਦੀ। ਉਹ ਜਿਉਂਦੇ ਮੁਕਤ ਹੋ ਜਾਂਦੇ ਨੇ ਤੇ ਹੋਰਨਾਂ ਨੂੰ ਵੀ ਮੁਕਤ ਕਰ ਲੈਂਦੇ ਨੇ। ਜਿਹੜੇ ਭਾਗਾਂ ਵਾਲੇ ਹੋਣ, ਤੇ ਜਿਹੜੇ ਦੂਜੇ ਉਹ ਕੋਲਾਂ ਗਾਲ ਲੈਂਦੇ ਨੇ, ਕਲੰਕ ਲਾ ਲੈਂਦੇ ਨੇ, ਤੇ ਕੋਲਾਂ ਨੂੰ ਮਾਣ ਸੀ, ਉਹ ਆਪਾਂ ਸੰਕੋਚ ਲੈਣੇ। ਇੱਕ ਸ਼ਬਦ ਹੋਰ ਤੁਹਾਡੇ ਸਮੱਖ ਥੋੜ੍ਹੇ ਮਿੰਟਾਂ 'ਚ ਰੱਖਣ ਦਾ ਯਤਨ ਕਰਾਂ। ਗੁਰੂ ਨਾਨਕ ਪਾਤਸ਼ਾਹ ਜਦੋਂ ਭਾਵ ਸੁਲਤਾਨਪੁਰ ਤੋਂ ਯਾਤਰਾ ਸ਼ੁਰੂ ਕੀਤੀ, ਤੇ ਪਹਿਲੇ ਚਰਨ ਪਏ ਗੋਇੰਦਵਾਲ ਸਾਹਿਬ ਦੀ ਧਰਤੀ। ਉਸ ਤੋਂ ਉਪਰੰਤ ਹਜ਼ੂਰ ਸਾਹਿਬ ਥਾਣੀ ਹੁੰਦੇ ਹੋਏ ਹਜ਼ੂਰ ਅੰਮ੍ਰਿਤਸਰ ਧਰਤੀ 'ਤੇ ਆ ਗਏ। ਰਾਮ ਤੀਰਥ ਗਏ ਤੇ ਉੱਥੋਂ ਅੱਗੇ ਲਾਹੌਰ ਚਲੇ ਗਏ। ਰਮਤੇ ਕਰਤੇ ਸਾਇ ਸੁਭਾਏ, ਲਾਪੁਰ ਮਾਹੀ ਚਲ ਕਰ ਆਏ। ਹੁਦੋ ਕਸਾਪੁਰਾ ਜੇ ਥਾਨਾ, ਤੇਤੀ ਠਾਂਡੇ ਕਿਰਪਾ ਨਿਧਾਨਾ। ਠਾਂਡੇ ਨਾਮ ਹੈ ਖਲੋਣ ਦਾ, ਖਲੋਤੇ ਸਨ। ਗਊ ਬਦ ਪਾਪ ਅਬ ਲੋਕਾ, ਪੂਰਬ ਤਾਪ ਲੱਖ ਰਿਸ ਰੋਕਾ। ਰਿਸ ਗੁੱਸਾ ਆ ਗਿਆ, ਗਊ ਬਦ ਹੁੰਦੀ ਵੇਖ ਕੇ, ਤੇ ਗਊ ਬਦ ਫਿਰ ਮੁਸਲਮਾਨ ਹੀ ਕਰਦੇ ਹੋਣਗੇ ਨਾ। ਭਗਤ ਕਬੀਰ ਜੀ ਨੇ ਸੁਣਤ ਨਹੀਂ ਸੀ ਕਰਾਈ। ਭਗਤ ਕਬੀਰ ਜੀ ਦਾ ਵਿਆਹ ਹੋਣ ਲੱਗਾ, ਤੇ ਪਿਤਾ ਨੀਰੂ ਮਲ ਨੇ ਇੱਕ ਫੰਡਰ ਗਊ ਮੰਗਾ ਲਈ। ਪਿਤਾ ਜੀ ਇਹ ਕੀ ਕਰਨੀ ਹੈ? ਕਹਿੰਦੇ ਲਾਲ ਕਰਨੀ ਹੈ, ਜੇਵਾ ਕਰਨੀ ਹੈ, ਸਰੀਕੇ ਨੂੰ ਖਵਾਉਣੀ ਹੈ। ਤੇ ਫਿਰ ਮੇਰੇ ਵੱਲੋਂ ਕੋਰਾ ਜਵਾਬ, ਮੈਂ ਵਿਆਹ ਨਹੀਂ ਕਰਾਉਣਾ। ਜਾਸੇ ਬਾਪ ਐਸੀ ਕਰੀ, ਪੂਤ ਐਸੀ ਸਰੀ, ਤਿਹੁਲੇ ਲੋਕ ਪ੍ਰਸਿੱਧ ਕਬੀਰਾ। ਇਸ ਤਰ੍ਹਾਂ ਭਗਤ ਬਣਿਆ ਜਾਂਦਾ ਹੈ। ਇਸ ਪ੍ਰਕਾਰ ਸਾਂਝਾ ਕਰੇ ਕਬੀਰ ਸਿਓ, ਹਰ ਸੰਗ ਬੰਦ ਕਰੇ। ਕੋਹੇ ਲੜਕਾ ਵੇਚੇ, ਲੜਕੀ ਵੇਚੇ ਕੋਹੇ, ਸਾਂਝਾ ਕਰੇ ਕਬੀਰ ਸਿਓ। ਇੰਨੇ ਕੁੱਕੜ ਲਿਆਓ, ਇੰਨੇ ਬੱਕਰੇ ਮਾਰੋ, ਇੰਨੀ ਸ਼ਰਾਬ ਰਗਾਓ, ਇੱਦਾਂ ਮੇਰੀ ਜੰਝ ਦੀ ਸੇਵਾ ਹੋਵੇ। ਪਾਪ ਇਕੱਠਾ ਕਰਨਾ ਹੈ, ਨਹੀਂ ਕਰਨਾ ਚਾਹੀਦਾ। ਗਊ ਵੱਧ ਪਾਪ ਅਬ ਲੋਕਾ, ਪੂਰਬ ਪਾਪ ਤਾਪ ਲੱਖ ਰੋਕਾ। ਪੂਰਬਲਾ ਤਾਪ ਇਹਨਾਂ ਦਾ ਕੋਈ ਜਾਣ ਕੇ ਨਾ ਮੁਸਲਮਾਨਾਂ ਦਾ, ਤੇ ਗ੍ਰੇਸ ਗੁੱਸਾ ਰੋਕ ਲਿਆ। ਫਿਰ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਵੀ ਪੰਕਤੀਆਂ ਕਹਿ ਦਿੱਤੀਆਂ। ਸੋ ਕਿਹੜੀਆਂ? ਗਊ ਉਸ ਮੌਕਾ ਲਾਹੌਰ ਸ਼ਹਿਰ, ਜ਼ਹਿਰ ਕਹਿਰ ਸਵਾ ਪੈਰ। ਨਾ ਤਾਂ ਨਾਸ ਕਰਨ ਹਿਤ ਧਾਰੀ, ਕਦਕ ਕ੍ਰੋਧ ਗਿਰਾ ਉਚਾਰੀ। ਗਿਰਾ ਰਸਨਾ ਦੀ ਬਾਣੀ ਨੂੰ ਕਹਿੰਦੇ ਹੈ। ਗੁੱਸਾ ਦੇ ਰੋਕ ਲਿਆ, ਪਰ ਫਿਰ ਵੀ ਰਸਨਾ ਤੋਂ ਕਹਿ ਦਿੱਤਾ ਲਾਹੌਰ ਸ਼ਹਿਰ, ਜ਼ਹਿਰ ਕਹਿਰ ਸਵਾ ਪੈਰ। ਫਿਰ ਹੁੰਦਾ ਰਿਹਾ ਇਸ ਤਰ੍ਹਾਂ ਬਾਣੀ 'ਚ ਲਿਖਿਆ ਹੋਇਆ ਹੈ ਕਿ ਲਾਹੌਰੀਆਂ ਨੇ ਮਾਫੀ ਮੰਗਣ ਲਈ ਦੂਜੇ ਸੁਖ ਕਰਨਾ 'ਤੇ ਆਏ, ਤੀਜੇ ਤੇ ਕਰਨਾ 'ਤੇ ਆਏ, ਜਵਾਬ ਮਿਲਦਾ ਰਿਹਾ। ਤੀਜੇ ਪਾਤਸ਼ਾਹ ਵੇਲੇ ਹਜ਼ੂਰ ਨੇ ਬਖਸ਼ੇ ਸੀ। ਕਿਉਂ ਕਿ ਤੁਹਾਡੇ ਸ਼ਹਿਰ ਵਿੱਚ ਚੌਥੇ ਸਰੂਪ ਦਾ ਅਵਤਾਰ ਹੋ ਗਿਆ, ਚੂਨਾ ਮੰਡੀ ਲਾਹੌਰ, ਗੁਰੂ ਰਾਮਦਾਸ ਜੀ ਦਾ। ਉਹਨਾਂ ਦੇ ਪੈਰਾਂ ਪਰਨੇ ਤੁਹਾਨੂੰ ਬਖਸ਼ ਲੈਣੇ ਹੈ। ਪਹਿਲੀਆਂ ਪੰਕਤੀਆਂ ਕੱਟੀਆਂ ਨਹੀਂ, ਤੇ ਮਗਰੋਂ ਹੋਰ ਉਚਾਰ ਦਿੱਤੀਆਂ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਸ ਪ੍ਰਕਾਰ ਇਹ ਬਖਸ਼ੇ ਸੀ। ਤੇ ਉਸ ਤੋਂ ਉਪਰੰਤ ਹਜ਼ੂਰ ਸੱਚੇ ਪਾਤਸ਼ਾਹ ਵਾਰ-ਵਾਰ ਆਏ ਨੇ। ਇੱਕ ਚਰਸਤੇ 'ਚ ਪਖੰਡੀ ਬ੍ਰਾਹਮਣ ਪਹਿਲੇ ਗਊ ਦਾ ਗੋਬਰ ਫੇਰਿਆ, ਫਿਰ ਇਸ਼ਨਾਨ ਕੀਤਾ, ਬਾਹਰੀ ਥਾਈਂ ਟਿੱਕੇ ਲਾਏ, ਫਿਰ ਠਾਕਰ ਦੀ ਮੂਰਤੀ ਰੱਖੀ ਚੰਗੇਰ ਵਿੱਚ, ਅੱਖਾਂ ਮੀਟ ਕੇ ਬਹਿ ਗਿਆ, ਫਿਰ ਖੋਲ੍ਹੀਆਂ। ਅੱਖਾਂ ਕਿਉਂ ਮੀਟਦਾ ਹੈ? ਵੀ ਤੁਹਾਨੂੰ ਕੀ ਪਤਾ ਸੰਤੋ, ਜਦੋਂ ਮੈਂ ਅੱਖਾਂ ਮੀਟਦਾ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ, ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ।
ਸੋ ਇਸ ਪ੍ਰਕਾਰ ਕਹਿ ਕੇ ਫਿਰ ਅੱਖਾਂ ਮੀਟ ਲੀਆਂ। ਹਜ਼ੂਰ ਨੇ ਆਤਮਿਕ ਸ਼ਕਤੀ ਨਾਲ ਉਹਦੀ ਤਕੈਬੀ ਠਾਕਰ ਮੂਰਤੀ ਵਿੱਚ ਕੁਝ ਪੈਸੇ ਵੀ ਸੀ ਉਡਾ ਦਿੱਤੀ। ਅੱਖਾਂ ਖੋਲੀਆਂ ਤਾਂ ਅੱਗੇ ਕੁਛ ਵੀ ਨਹੀਂ। ਫਿਰ ਘਬਰਾਇਆ ਲੱਭਦਾ ਫਿਰਦਾ ਹੈ, ਪੁੱਛਦਾ ਫਿਰਦਾ ਹੈ। ਮਹਾਰਾਜ ਸਾਹਿਬ ਕਹਿੰਦੇ ਕੀ ਗਵਾਚ ਗਿਆ? ਜੀ ਮੇਰੀ ਉਹ ਠਾਕਰ ਦੀ ਮੂਰਤੀ ਸੀ, ਚੰਗੇਰ ਸੀ, ਵਿੱਚ ਪੈਸੇ ਸੀ, ਤੁਸੀਂ ਵੇਖੀ ਦੱਸੋ। ਤੇ ਤੂੰ ਕਹਿੰਦਾ ਸੀ ਕਿ ਤਿੰਨਾਂ ਲੋਕਾਂ ਦੀ ਮੈਨੂੰ ਸੋਝੀ ਹੋ ਜਾਂਦੀ ਹੈ, ਤਿੰਨਾਂ ਲੋਕਾਂ ਤੋਂ ਬਾਹਰ ਨਹੀਂ ਕਿਤੇ ਗਈ। ਸ਼ਰਮਿੰਦਾ ਹੋ ਗਿਆ। ਇਹ ਪੰਕਤੀਆਂ ਉਸ ਮੌਕਾ ਦੀਆਂ ਨੇ ਜੋ ਨਾਨਕ ਪ੍ਰਕਾਸ਼ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਕਥਨ ਕੀਤੀਆਂ। ਇਹ ਸਾਖੀ ਵਿਸਾਰ ਮੰਗਦੀ ਸੀ ਮੈਂ ਨਾ ਕਰਾਂ। ਕਿਰਪਾ ਧਾਰ ਬੋਲੇ ਗੁਣ ਖਾਣੀ, ਗੁਣਾਂ ਦੀ ਖਾਣ ਕਿਰਪਾ ਕਰਕੇ ਬੋਲੇ। ਤਜ ਹੋ ਝੂਠ ਬੋਲਣ ਕੀ ਬਾਣੀ, ਝੂਠ ਬੋਲਣ ਵਾਲੀ ਬਾਣੀ ਛੱਡ ਦਿਓ। ਸੁਧ ਆਤਮੇ ਜਪ ਹਰ ਨਾਮ, ਆਤਮਾ ਸੁਧ ਕਰਕੇ ਨਾਮ ਜਪੋ। ਤਜੋ ਪਖੰਡ ਕੇਰ ਸਭ ਕੰਮ, ਪਖੰਡ ਵਾਲੇ ਕੰਮ ਜਿਹੜੇ ਉਹ ਛੱਡ ਦਿਓ। ਉਸ ਮੌਕਾ ਜੇ ਜੋ ਕਰਤਾ ਸਭ ਕੀ ਪ੍ਰਤਪਾਰਾ, ਕਿਆ ਤੁਮ ਕੋ ਨਹਿ ਦੇਹ ਆਹਾਰਾ। ਉਹ ਕਰਤਾ ਪੁਰਖ 84 ਲੱਖ ਜੂਨ ਦੀ ਪ੍ਰਤਪਾਲਨਾ ਕਰ ਰਿਹਾ ਤੇ ਹਾਰ ਤੈਨੂੰ ਨਾ ਦੇਵੇਗਾ। ਤੂੰ ਇਹ ਪਖੰਡ ਕਿਉਂ ਕਰਦਾ ਹੈ? ਇਹੋ ਜਿਹਾ ਭੇਖ ਕਿਉਂ ਬਣਾਇਆ? ਤਿਲਕ ਵੀ ਲਾਏ ਨੇ, ਇਸ਼ਨਾਨ ਵੀ ਕੀਤਾ, ਮੂਰਤੀ ਵੀ ਰੱਖੀ, ਅੱਖਾਂ ਵੀ ਮੀਟਦਾ ਹੈ, ਬਗਲ ਸਮਾਧੀ। ਇਸ ਤਰ੍ਹਾਂ ਨਹੀਂ ਪ੍ਰਾਪਤੀ ਹੋਣੀ। ਦਿਜ ਕਹੈ ਕੂਰ ਬਿਹੂਨ ਜਗ, ਚਲੇ ਨ ਕਬ ਗੁਜਰਾਨ। ਦਿਜ ਨਾਮ ਬ੍ਰਾਹਮਣ ਦਾ। ਦਿਜ ਕਹੈ ਬ੍ਰਾਹਮਣ ਕਹੇ ਜੀ ਕੂਰ ਬਿਹੂਨ ਜਗਤ, ਜਗਤ ਤੇ ਝੂਠ ਨਾ ਬੋਲੀਏ। ਕਲਯੁਗ ਦਾ ਸਮਾਂ ਹੈ ਤੇ ਗੁਜਰਾਨ ਚੱਲਦੀ ਨਹੀਂ, ਸੱਚ ਨੂੰ ਕੋਈ ਮੰਨਦਾ ਹੀ ਨਹੀਂ। ਸਤਿਯੁਗ ਸੀ ਜਦੋਂ ਕੋਈ ਝੂਠ ਬੋਲਣ ਵਾਲਾ ਨਹੀਂ ਸੀ ਲੱਭ ਸਕਦਾ, ਤੇ ਕਲਯੁਗ ਵਾ ਕੋਈ ਸੱਚ ਬੋਲਣ ਵਾਲਾ ਨਹੀਂ ਲੱਭਦਾ। ਬੜੀ ਮੁਸ਼ਕਿਲ ਦੀ ਗੱਲ ਹੈ, ਗੁਜਰਾਨ ਨਹੀਂ ਚੱਲਦੀ। ਸੋ ਸਭ ਪਖੰਡ ਕੋ ਪੂਜਈ, ਸਕੇ ਨਾ ਸਾਚ ਪਛਾਣ। ਸਾਰੇ ਲੋਕ ਪਖੰਡ ਨੂੰ ਪੂਜਦੇ ਨੇ ਤੇ ਸੱਚ ਦੀ ਪਛਾਣ ਕਰਨ ਵਾਲਾ ਕੋਈ ਵਿਰਲਾ ਹੀ ਕਿਤੇ ਹੋਵੇਗਾ। ਕੂੜ ਦੇ ਮਗਰ, ਝੂਠ ਦੇ ਮਗਰ ਹੀ ਸਾਰੇ ਭੱਜੇ ਫਿਰਦੇ ਨੇ। ਝੂਠ ਬੋਲ ਬਾਤ ਹੈ ਬਹੁ ਜਾਣੈ, ਭੇਖ ਦਾੰਭ ਕੋ ਨਰ ਸਨਮਾਨੈ। ਬੜੀਆਂ ਬਾਤਾਂ ਬੱਲੀਆਂ ਗੱਲਾਂ ਝੂਠ ਬੋਲ ਬੋਲ ਕੇ ਕਰਦਾ ਹੈ ਰਸਨਾ ਤੋਂ। ਤੇ ਭੇਖ ਦੰਭ ਪਖੰਡ ਜੋ ਰੱਬ 'ਚ ਬੇਨਤੀਆਂ ਕੀਤੀਆਂ, ਲੋਕ ਸਨਮਾਨ ਕਰਦੇ ਨੇ, ਮੱਥੇ ਟੇਕਦੇ ਨੇ, ਲੋਕ ਮਗਰ ਭੱਜੇ ਫਿਰਦੇ ਨੇ। ਗੁਰਮੁਖੋ ਇੰਨੇ ਪ੍ਰਮਾਣ ਸੁਣ ਕੇ ਮੱਖਣ ਸ਼ਾਹ ਲਵਾਣੇ ਵਾਲੇ, 4 ਵੇਦਾਂ ਵਾਲੇ, ਬ੍ਰਹਮਾ ਜੀ ਵਾਲੇ, ਭਗਤ ਕਬੀਰ ਜੀ ਵਾਲੇ, ਤੇ ਤੁਹਾਨੂੰ ਅਜੇ ਵੀ ਨਾਂ ਲੱਗੇ। ਸੱਚ ਨਾਲ ਨਾਂ ਜੋੜੋ, ਅਕਾਲ ਨਾਲ ਨਾਂ ਜੋੜੋ। ਗੁਰੂ ਸਾਹਿਬ ਨੇ ਆਪਣੇ ਨਾਲ ਨਹੀਂ ਕਿਸੇ ਨੂੰ ਜੋੜਿਆ। ਇਸ ਪ੍ਰਕਾਰ ਲੰਬੀ ਚੌੜੀ ਸਾਖੀ ਸੀ, ਮੈਂ ਛੋਟੀ ਕਰਕੇ ਯਤਨ ਕੀਤਾ ਹੈ। ਅੱਗੇ ਹਜ਼ੂਰ ਨੇ ਫਿਰ ਧਨਾਸਰੀ ਰਾਗ ਵਿੱਚ ਇਹ ਪੰਕਤੀਆਂ ਕਥਨ ਕੀਤੀਆਂ ਨੇ। ਕੀ ਕਹਿੰਦੇ? ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਢੱਬ ਸੁਭਾਵ ਕਾਲ ਸਮਾਂ। ਸਰਯੁਗ ਵਾਲਾ ਨਹੀਂ, ਸਰਯੁਗ ਸਤ ਤ੍ਰੇਤਾ ਜਗੀ, ਦਵਾਪਰ ਪੂਜਾ 4, तीनों जुग तीनों ਦ੍ਰਿੜੇ। ਕਲ ਕੇਵਲ ਨਾਮ ਆਧਾਰ, ਨਾਮ ਨਾਲ ਆਧਾਰ ਹੋਣਾ, ਨਾਮ ਨਾਲ ਮੁਕਤੀ ਮਿਲਣੀ। ਉਹ ਕਾਲ ਸਮਾਂ ਨਹੀਂ। ਰੁੱਤ ਤੋਂ ਬਿਨਾ ਕਰੋਤਾ ਬੀਜ ਬੀਜੇ ਨਹੀਂ ਜੰਮੇ, ਸਭ ਲਾਹਾ ਮੂਲ ਗਵਾਈਂਦਾ। ਇਸ ਪ੍ਰਕਾਰ ਸਰਯੁਗ ਵਾਲਾ ਸਮਾਂ ਨਾ ਹੋਣ ਕਰਕੇ ਸੱਚ ਬੋਲਣ ਦਾ ਕਾਲ ਨਹੀਂ, ਸਮਾਂ ਨਹੀਂ। ਇਸ ਪ੍ਰਕਾਰ ਲੋਕ ਦੁਨੀਆ ਦੇ ਉੱਤੇ ਤ੍ਰੇਤੀ ਯੁੱਗ ਨਾ ਹੋਣ ਕਰਕੇ ਜੋਗਾ ਵਿਆਹ ਦਾ ਸਮਾਂ ਨਹੀਂ। ਮਨ ਨਿਰਮਲ ਨਹੀਂ ਦਸਵੇਂ ਦਵਾਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਇਤ ਆਦਿਕ ਪੰਕਤੀਆਂ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਪੰਜ ਜਨਾ ਸੋ ਸੰਗ ਨ ਛੁਟਕ ਅਹੰ, ਅਦਕ ਅਹੰ ਬੁਧ ਬਾਧੇ ਪਿਆਰੇ। ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਕਰੋੜਾਂ ਕਰਮ ਕਰ ਲਵੇਂ ਭਾਵੇਂ। ਪਾਠ ਦਾ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਹੀਂ, ਵੇਦਾਂ ਦਾ ਕਿਹਾ, ਹੋਰ ਗ੍ਰੰਥਾਂ ਦਾ ਕਿਹਾ, ਜਿਹੜੀ ਸਿੱਖਿਆ ਦਿੰਦੇ ਨੇ, ਚੰਗੀ ਸਿੱਖਿਆ ਦਿੰਦੇ ਨੇ। ਸਾਰੇ ਗ੍ਰੰਥ ਮਾੜੇ ਨਹੀਂ। ਅਰੇ ਬਾਣੀ ਦਾ ਪਾਠ ਤਾਂ ਬੰਦਗੀ ਹੈ ਤੇ ਸਿਮਰਨ ਹੈ, ਪਰ ਉਹ ਬੰਦਗੀ ਸਿਮਰਨ ਨਹੀਂ, ਉਹ ਸਿੱਖਿਆ ਜ਼ਰੂਰ ਦਿੰਦੇ ਨੇ। ਨਿਵਲ ਨਿਗਲ ਲਵੇਂ ਧੋਤੀ 4 ਕੁੰਗਲਾਂ, ਚੌੜਾ ਬਸਤਰ ਲੈ ਕੇ ਕੋਸੇ ਪਾਣੀ 'ਚ ਭਿਓ ਕੇ ਅੰਦਰ ਨਿਗਲ ਲੈਣਾ, ਫਿਰ ਬਾਹਰ ਕੱਢ ਲੈਣਾ। ਫਿਰ ਨੇਤੀ ਇੱਕ ਡੋਰੀ ਨਾਸਕਾਂ 'ਚ ਲਗਾਉਣੀ ਹੈ, ਫਿਰ ਦੂਜੀਆਂ 'ਚ ਲਗਾਉਣੀ ਹੈ, ਮੂੰਹ ਥਣੀ ਕੱਢਣੀ ਹੈ। ਇਹਨੂੰ ਨੇਤੀ ਧੋਤੀ ਕਹਿੰਦੇ ਹੈ। ਉਹ ਵੇਦਾਂ ਦਾ ਪਾਠ ਵੀ ਕਰ ਲਵੇਂ, ਨੇਤੀ ਧੋਤੀ ਵੀ ਕਰ ਲਵੇਂ। ਭਿਅੰਗਮਾਂ ਨਾੜੀ ਸੱਪ, ਭਿਅੰਗ ਸੱਪ ਨੂੰ ਕਹਿੰਦੇ ਆ, ਹਰੇੜ ਦੀ ਹੱਡੀ ਨਾਲ ਉਹਦੇ ਵਿਸ਼ਵਾਸ ਲੈ ਜਾਵੇਂ। ਚੱਕਰਾਂ ਨੂੰ ਵਿੰਨ ਕੇ ਆਗਿਆ ਚੱਕਰ ਵਿੰਨ ਲਵੇਂ, ਸੰਸਕਾਰ ਕਬਲ ਵੇਖ ਲਵੇਂ, ਦਸਮ ਦਵਾਰ ਚੜ੍ਹ ਜਾਵੇਂ ਤੇ ਮੁਕਤੀ ਫਿਰ ਵੀ ਨਹੀਂ ਮਿਲਣੀ। ਖੰਡਨ ਕੀਤਾ ਹਜ਼ੂਰ ਨੇ ਤੇ ਦਾਸ ਕੋਲੋਂ ਨਹੀਂ ਕਹਿ ਰਿਹਾ ਤੁਹਾਨੂੰ, ਜਾਨਣਾ ਕਰੋ। ਪੰਕਤੀਆਂ ਵਿਸਥਾਰ ਮੰਗਦੀਆਂ, ਘੜੀ ਆਗਿਆ ਨਹੀਂ ਦਿੰਦੀ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ। ਥਾਨ ਅਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਏਬ ਜਗ ਥਾਨ ਇਸ਼ਟ।
ਇਸ਼ਟ ਦੇਵਤਿਆਂ ਮਹਾਤਮਾ ਵਾਲੇ ਪਵਿੱਤਰ ਸਥਾਨ ਜਿੱਥੇ ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ। ਸਾਰੇ ਗ੍ਰੰਥ, ਸਾਰੇ ਭਗਤ, ਸਾਧ ਸ਼ਕਤੀਆਂ ਉਹਨਾਂ ਦੇ ਥਾਂ ਦੇ ਗ੍ਰੰਥੀ, ਮੱਛੀਆਂ, ਮੀਟ, ਆਂਡੇ, ਸ਼ਰਾਬ, ਪਵਿੱਤਰ ਸਥਾਨਾਂ 'ਤੇ ਭ੍ਰਿਸ਼ਟੇ ਲੋਕਾਂ ਦਾ ਵਾਸਾ ਹੋ ਜਾਣਾ ਤੇ ਹੁਣ ਵੀ ਹੈ। ਗਾਂ ਹੋਰ ਵਧਣਾ, ਡੁੱਬਤਾ ਇਹ ਜੱਗ। ਇਸ ਤਰ੍ਹਾਂ ਦੁਨੀਆ ਦੇ ਲੋਕ ਡੁੱਬਣਗੇ, ਨਰਕਾਂ 'ਚ ਪੈਣਗੇ, ਪ੍ਰਾਪਤੀ ਨਹੀਂ ਹੋਣੀ। ਜਿੱਥੇ ਦਾਨ ਕੀਤਾ ਸੈਂਕੜੇ ਗੁਣਾ ਵੱਧਦਾ ਤੇ ਪਾਪ ਕੀਤਾ ਹਜ਼ਾਰਾਂ ਗੁਣਾ ਵਧੂ, ਨਹੀਂ ਬਚਿਆ ਜਾਣਾ। ਕੀ ਕਰਨਾ ਚਾਹੀਦਾ? ਕਲਮੈ ਰਾਮ ਨਾਮ ਸਾਰ ਸਾਰ ਸ੍ਰੇਸ਼ਟ। ਕਲਯੁਗ ਵਿੱਚ ਰਾਮ ਦਾ ਨਾਮ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਆਨ ਰੁਤ ਨਾਹੀ ਮਤ ਭਰਮ ਭੂਲੋ ਮਤਾ ਭੁੱਲ ਜਾਵੋ। ਰੁੱਤ ਤੋਂ ਬਿਨਾਂ ਬੀਜਿਆ ਬੀਜ ਉੱਗਦਾ ਹੀ ਨਹੀਂ ਤੇ ਫਲ ਕਿੱਥੋਂ ਪੈਣਾ ਹੈ? ਲਾਭ ਕਿੱਥੋਂ ਮਿਲਣਾ? ਮੂਲ ਵੀ ਗਵਾ ਲਵੇਂਗਾ। ਪਰਮੇਸ਼ਰ ਦਾ ਨਾਮ ਜਪੋ। ਅੱਖੀਂ ਤਾਂ ਮੀਤੇ ਹੈ ਨਾਕ ਪਕੜੇ, ਸੂਝ ਤੇ ਤਿੰਨ ਲੋ। ਅੱਖਾਂ ਮੀਟ ਲੈਣਾ ਤੇ ਨੱਕ ਪਕੜ ਲੈਣਾ ਕਿ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਪਤਾ ਤੈਨੂੰ ਕੱਖ ਦਾ ਵੀ ਨਹੀਂ। ਝੂਠ ਬੋਲ ਲੋਕਾਂ ਨੂੰ ਠੱਗੀ ਜਾਣਾ, ਕਿਸੇ ਭਰੀ ਜਾਣਾ, ਜਾਇਦਾਦਾਂ ਬਣਾਈ ਜਾਣਾ। ਮਹਾਦੌਨ ਨੂੰ ਲੋੜ ਨਹੀਂ ਹੁੰਦੀ ਇਹਨਾਂ ਵਸਤੂਆਂ ਦੀ। ਆਂਟ ਸੇਤੀ ਨਾਗ ਪਕੜੈ, ਸੂਝ ਤੇ ਤਿੰਨ ਲੋ ਆਂਟ। ਪੁੱਠਾ ਤੇ ਚੀਚੀ ਦੇ ਨਾਲ ਦੀ ਉਂਗਲੀ ਨੂੰ ਫਿੰਗਰ ਆਰ ਕਹਿੰਦੇ ਰਿੰਗ ਫਿੰਗਰ। ਇਹਨਾਂ ਦੋਵਾਂ ਨਾਲ ਨੱਕ ਪਕੜਨਾ, ਇਹਨੂੰ ਆਂਟ ਕਹਿੰਦੇ। ਆਂਟ ਸੇਤੀ ਨਾਗ ਪਕੜੇ ਕਿ ਲੋਕਾਂ ਨੂੰ ਕਹਿਣਾ ਮੈਨੂੰ ਤਿੰਨੇ ਲੋਕਾਂ ਦੀ ਸੋਝੀ ਹੈ। ਪਤਾ ਤੈਨੂੰ ਕੱਖ ਦਾ ਵੀ ਨਹੀਂ। ਮਗਰ ਪਾਸੇ ਕਛੂ ਨਾ ਸੋਝੈ। ਇਹ ਪਦਮ ਅਲੋਕ ਇਹ ਪਦਮ ਹੈ। ਪਦਮ ਫੁੱਲ ਨੂੰ ਵੀ ਕਹਿੰਦੇ, ਪਦਮ ਆਸਰੇ ਨੂੰ ਕਹਿੰਦੇ, ਹੋਰ ਵਸਤੂਆਂ ਨੂੰ ਵੀ ਕਹਿੰਦੇ ਆ। ਤੇਰੇ ਬਾਬਾ ਰਣਧੀਰ ਸਿੰਘ ਜੀ ਰਾਧਾ ਸਵਾਮੀਆਂ ਦੇ ਗੁਰਬਚਨ ਸਿੰਘ ਤੋਂ ਪਹਿਲਾਂ ਸਾਵਣ ਮੱਲ ਸੀ, ਉਹਦੇ ਕੋਲ ਚੱਲੇ ਗਏ ਸਾਵਣ ਸਿੰਘ ਕੋਲ। ਉਹਨੇ ਵੀ ਐਵੇਂ ਗੱਪਾਂ ਮਾਰੀਆਂ ਜਿਵੇਂ ਖਜੂਰ ਨੂੰ ਖਜੂਰਾਂ ਲੱਗੀਆਂ। ਮੈਂ ਸਭ ਕੁਝ ਵੇਖਦਾ, ਆਕਾਸ਼ ਦੇ ਤਾਰੇ ਵੀ ਦਿਸਦੇ, ਸਾਰੇ ਖੰਡ ਬੈਠ ਮੈਨੂੰ ਦਿਸਦੇ ਹੈ। ਮਹਾਂਪੁਰਖ ਰਣਧੀਰ ਸਿੰਘ ਜੀ ਸੁਣਦੇ ਰਹੇ। ਖੰਡ ਕੀਰਤ ਜਥੇ ਦੇ ਮੋਢੀ ਜਰਾ ਕੁ ਪਰਾਂ ਨੂੰ ਨਿਗਾਹ ਹੋਈ ਤੇ ਛੋਟਾ ਜਿਹਾ ਟਾਈਮ ਪੀਸ ਸੀ, ਚੁੱਕ ਕੇ ਉਹਦੇ ਸਿਰਹਾਣੇ ਥੱਲੇ ਦੇ ਦਿੱਤਾ। ਮਹਾਂਪੁਰਖਾਂ ਨੇ ਲਾਂਗਰੀ ਆ ਗਿਆ ਜੀ, ਲੰਗਰ ਤਿਆਰ ਹੋ ਗਿਆ ਹੈ। ਕੀ ਟਾਈਮ ਹੋਇਆ? ਇੱਥੇ ਟਾਈਮ ਪੀਸ ਸੀ, ਇੱਥੇ ਸੀ, ਉੱਥੇ ਸੀ, ਨਹੀਂ ਲੱਭਾ। ਕਿੱਧਰ ਚਲੇ ਗਿਆ? ਹੁਣੇ ਇੱਥੇ ਸੀ। ਮਹਾਂਪੁਰਖ ਕਹਿੰਦੇ ਤਿੰਨਾਂ ਲੋਕਾਂ ਤੋਂ ਬਾਹਰ ਤਾਂ ਨਹੀਂ ਚਲੇ ਗਿਆ, ਵੇਖ ਲਾ ਖਾਂ ਤੂੰ ਹੁਣੇ ਕਹਿੰਦਾ ਮੈਨੂੰ ਸਭ ਕੁਝ ਦਿਸਦਾ। ਸ਼ਰਮਿੰਦਾ ਹੋ ਗਿਆ, ਕਹਿੰਦਾ ਮਰਨਾ ਜਾਈ, ਤੇਰੇ ਸਿਰਹਾਣੇ ਥੱਲੇ ਹੀ ਹੋ। ਇਸ ਪ੍ਰਕਾਰ ਖੰਡਣ ਵੀ ਹੁੰਦਾ ਆਇਆ, ਫਿਰ ਲੋਕ ਫੇਰ ਨਹੀਂ ਹਟਦੇ। ਮਰਜ਼ੀ ਤਬਾਦੀ ਲਾ ਲਓ ਆਪਣਾ ਜ਼ੋਰ। ਮਗਰ ਪਾਸੇ ਕਸੁਨ ਤੇਰੇ ਮਗਰ ਪਿੱਛੇ ਹੀ ਖਜ਼ਾਨਾ ਨੱਪਿਆ ਮਾਇਆ ਦਾ। ਪੁੱਟ ਧਰਤੀ ਨਿਗੜ ਆਇਆ, ਲੈ ਜਾ ਸਾਰਾ ਪੰਡ ਬਣ ਕੇ। ਆ ਤੇਰੀ ਮੂਰਤੀ ਵੀ ਪਈ, ਇਹ ਵੀ ਲੈ ਜਾ। ਕੀ ਹਾਲਾਤ ਹੈ? ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਗੁਰਬਾਣੀ ਗੁਰਮੁਖੀ ਅੱਖਰ ਮਲੇਸ਼ ਭਾਖਿਆ ਨਹੀਂ, ਅਰਬੀ ਫਾਰਸੀ ਮਲੇਸ਼ ਭਾਖਿਆ। ABC ਆ ਗਈ ਇੰਗਲਿਸ਼, ਬੜੇ ਖੁਸ਼ ਹੁੰਦੇ ਸਾਡਾ ਬੱਚਾ ABC ਪੜ੍ਹ ਲੈਂਦਾ ਹੈ। ਤੇ ਗੁਰਮੁਖੀ ਭਾਵੇਂ ਨਾ ਆਉਂਦੀ ਹੋਵੇ, ਗੁਰਮੁਖੀ ਅੱਖਰ ਅੱਖਰ ਗੁਰੂ ਕੀ ਬਾਣੀ ਹੈ। ਮਲੇਸ਼ ਭਾਖਿਆ ਗ੍ਰਹਿਣ ਕਰੀ ਜਾਂਦੇ ਹੋ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਾਤ ਰਹੀ। ਸ਼ੰਕਰ ਜਿਹੜੀ ਮਤ ਹੈ ਨਾ, ਇਹ ਪਰਜਾ ਦੁਨੀਆ ਦੀ ਸ਼ੰਕਰ ਮਤ ਦੁਨੀਆ ਦੀ ਹੋ ਰਹੀ ਹੈ। ਵਿਸ਼ੇ ਵਿਕਾਰਾਂ ਦਾ ਜ਼ੋਰ ਵੱਧ ਰਿਹਾ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਇਸ ਪ੍ਰਕਾਰ ਦੀ ਹਾਲਾਤ ਬਣੀ ਜਾਂਦੀ ਹੈ। ਤੇ ਧਰਮ ਦੀ ਜਿਹੜੀ ਗਤੀ ਪ੍ਰਾਪਤੀ ਸੀ ਉਹ ਪਿੱਛੇ ਪਈ ਜਾਂਦੀ ਹੈ। ਧਰਮ ਦੇ ਲੋਕ ਨਮੁੱਕਰ ਹੋਈ ਜਾਂਦੇ ਹੈ। ਇਹੋ ਜਿਹੇ ਹਾਲਾਤ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਗਤ ਮਰਜ਼ਾਦਾ ਰਹਿ ਗਈ। ਅੱਠ ਸਾਜ ਪੁਰਾਣ ਸੁਧ ਹੈ, ਕਰਹਿ ਵੇਦ ਅਭਿਆਸ। 8 ਵਿਆਕਰਨ ਸਾਜੇ ਨੇ ਮਹਾਤਮਾ ਵਿਆਸ ਆਦਿਕ ਜੀ ਨੇ। 18 ਪੁਰਾਣ ਬਣਾਏ ਨੇ। ਸੋਧ ਲਓ, ਵਿਚਾਰ ਲਓ, ਪੜ੍ਹ ਲਵੋ, ਚੰਗੀ ਗੱਲ ਹੈ, ਮਾੜੀ ਨਹੀਂ। ਤੋ ਕਰੇ ਵੇਦਾਂ ਦਾ ਅਭਿਆਸ ਵੀ ਕਰ ਲਵੋ, ਮਾੜੀ ਗੱਲ ਨਹੀਂ। ਬਿਨ ਨਾਮ ਹਰ ਕੇ ਮੁਕਤ ਨਹੀਂ, ਕਹੇ ਨਾਨਕ ਦਾਸ। ਵੀ ਹਰੀ ਪਰਮੇਸ਼ਰ ਕਾਲ ਪੁਰਖ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਨ ਤੋਏ ਰਹਿਰਾਸ ਕਰ। ਚਰਨਾਮਤ ਸਿੱਖਾਂ ਬੁਲਾਇਆ, ਰੋ ਰੀਤੀ ਰੰਭ ਕੀਤੀ। ਸੱਜੇ ਪੈਰ ਦਾ ਅੰਗੂਠਾ ਧੋ ਕੇ ਚਰਨ ਪੌਲ ਦੇਣੀ ਤੇ ਮੂਲ ਮੰਤਰ ਗੁਰ ਮੰਤਰ ਦੇਣਾ। 10ਵੇਂ ਪਾਤਸ਼ਾਹ ਨੇ ਖੰਡੇ ਦੀ ਪੌਲ ਵਿੱਚ ਬਖਸ਼ ਦਿੱਤਾ। ਸਾਨੂੰ ਸਾਰਿਆਂ ਨੂੰ ਕਹਿ ਦਿੱਤਾ, ਖੰਡੇ ਕੀ ਪੌਲ ਸਭ ਧਾਰੋ, ਬਣੋ ਖਾਲਸਾ ਭਰਮ ਨਿਵਾਰੋ। 5 ਕਕਾਰ ਕੀ ਰਹਿਤ ਨਗਰੀ ਰਖੀਜੈ, ਮੀਣ ਮਸੰਦ ਮੇਲ ਨਹੀਂ ਕੀਜੈ। ਇਹਨਾਂ ਤੋਂ ਬਚ ਕੇ ਰਹੋ ਪਖੰਡੀਆਂ ਤੋਂ। ਤੇ ਮਗਰਲੀਆਂ ਪੰਕਤੀਆਂ ਦਾਸ ਨੂੰ ਕਾਹਲੀ ਕਰਕੇ ਬੋਲਣੀਆਂ ਪਈਆਂ। ਘੜੀ ਆਗਿਆ ਨਹੀਂ ਦਿੰਦੀ, ਸਮਾਂ ਸ਼ਾਇਦ ਜ਼ਿਆਦਾ ਹੀ ਹੋ ਗਿਆ ਹੈ। ਸਤਿਗੁਰੂ ਕਿਰਪਾ ਕਰਨ।
ਇਹ ਪਖੰਡੀਆਂ ਤੇ ਠੱਗਾਂ ਦੀਆਂ ਵਿਚਾਰਾਂ ਜੋ ਬਾਣੀ ਵਿੱਚ ਆਈਆਂ ਦਾ ਸਾਰੀਆਂ ਨਹੀਂ ਦੱਸ ਸਕਿਆ। ਅਸਲੀ ਮਹਾਤਮਾ ਅਸਲੀ ਸੰਤ ਕਿਹੋ ਜਿਹੇ ਹੁੰਦੇ ਹੈ, ਉਹਨਾਂ ਦੇ ਮੁਤਲਕ ਮਹਾਰਾਜ ਸਾਹਿਬ ਫੇਰ ਸੇਵਾ ਲੈ ਲੈਣ। ਸੋ ਸੱਚੇ ਸੁੱਚੇ ਬਣੀਏ, ਅੰਦਰੋਂ ਬਾਹਰੋਂ ਨੇਕ ਕਮਾਈ ਕਰੀਏ, ਸੱਚਾ ਮਿੱਠਾ ਬੋਲੀਏ, ਉਦਮ ਕਰੀਏ। ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਇਸ ਪ੍ਰਕਾਰ ਜੇ ਮਿਲ ਕੇ ਚੱਲਾਂਗੇ ਤਾਂ ਫਿਰ ਲੋਕ ਸੁਖੀ ਪ੍ਰਲੋਕ ਸੁਖੇਲੇ ਹੋਵਾਂਗੇ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਇੰਨੀਆਂ ਪੰਕਤੀਆਂ ਸਵੀਕਾਰ ਕਰਦੇ ਹੋਏ ਰਸਨਾ ਸਫਲੀ ਕਰੋ ਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।